ਰਾਮ ਸਰੂਪ ਅਣਖੀ ਦੀ ਕਹਾਣੀ ਆਪਣੇ ਘੜੇ ਦਾ ਪਾਣੀ। ਅਰਦਾਸ ਤੋਂ ਬਾਅਦ ਬਾਬੇ ਦਾ ਪ੍ਰਸ਼ਾਦ ਵੰਡਿਆ ਗਿਆ ਅਤੇ ਫਿਰ ਸਾਨੂੰ ਕਿਹਾ ਗਿਆ ਕਿ ਅਸੀਂ ਹੁਣ ਗੁਰਦੁਆਰਾ ਸਾਹਿਬ ਤੋਂ ਬਾਹਰ ਵੀਜ਼ੇ ਵਿੱਚ ਦਿੱਤੀ ਹੱਦ ਦੇ ਅੰਦਰ ਕਿਤੇ ਵੀ ਜਾ ਸਕਦੇ ਹਾਂ, ਕਿਸੇ ਨੂੰ ਮਿਲ ਸਕਦੇ ਹਾਂ। ਰਾਤ 10 ਵਜੇ ਤੋਂ ਪਹਿਲਾਂ ਵਾਪਸ ਗੁਰਦੁਆਰਾ ਸਾਹਿਬ ਵਾਪਸ ਮੁੜਨਾ ਹੋਏਗਾ। ਗੁਰਦੁਆਰੇ ਤੋਂ ਬਾਹਰ ਨਿਕਲੇ ਤਾਂ ਪਾਕਿਸਤਾਨੀ ਲੋਕਾਂ ਦਾ ਇੱਕ ਵੱਡਾ ਇਕੱਠ ਸਾਨੂੰ ਉਡੀਕ ਰਿਹਾ ਸੀ। ਉਹਨਾਂ ਦੀਆਂ ਬਾਹਾਂ ਸਾਡੇ ਵੱਲ ਉੱਠੀਆਂ। ਲੋਕ ਇੱਕ ਦੂਜੇ ਨੂੰ ਪਹਿਚਾਣ ਰਹੇ ਸਨ। ਕਿਸੇ ਨੂੰ ਕੋਈ ਲੱਭ ਪਿਆ ਸੀ ਤਾਂ ਝੱਟ ਬਗਲਗੀਰ ਹੋ ਗਿਆ ਸੀ। ਇੱਕ ਦੂਜੇ ਬਾਰੇ ਬੇਸ਼ੁਮਾਰ ਸਵਾਲ ਪੁੱਛੇ ਜਾ ਰਹੇ ਸਨ। ਕਾਹਲ ਵਿੱਚ ਛੇਤੀ ਉਸ ਜਥੇ 'ਚ ਅਸੀਂ 3 ਸ਼ਾਇਰ ਵੀ ਸਾਂ। ਪਾਕਿਸਤਾਨ ਦੇ ਸ਼ਾਇਰ ਸਾਨੂੰ ਹੀ ਲੱਭ ਰਹੇ ਸਨ। ਅਸੀਂ ਸਭ ਮਿਲੇ ਤਾਂ ਜੱਫੀਆਂ ਦੇ ਵਟਾਂਦਰੇ ਤੋਂ ਬਾਅਦ ਇੱਕ ਪਾਸੇ ਇੱਕ ਰੁੱਖ ਥੱਲੇ ਖੜ੍ਹੇ ਹੋ ਕੇ ਭਾਰਤ ਦੇ ਕਿੰਨੇ ਹੀ ਪੰਜਾਬੀ ਅਦੀਬਾਂ ਬਾਰੇ ਉਹਨਾਂ ਦੀਆਂ ਪੁੱਛਾਂ ਦੇ ਜਵਾਬ ਦੇਣ ਲੱਗੇ ਸਾਂ। ਕਿੰਨੀਆਂ ਸਾਰੀਆਂ ਗੱਲਾਂ ਅਸਾਂ ਕੀਤੀਆਂ ਸਨ, ਕਿੰਨਾ ਚਿਰ ਉਹਨਾਂ ਨੂੰ ਦੱਸਿਆ, ਕਿੰਨਾ ਕੁਝ ਉਹਨਾਂ ਤੋਂ ਜਾਣ ਲਿਆ। ਸ਼ਾਮ 4 ਵਜੇ ਇੱਕ ਮੁਸ਼ਾਇਰਾ ਰੱਖਿਆ ਗਿਆ। 1 ਘੰਟਾ ਪਹਿਲਾਂ ਉਹਨਾਂ ਨੇ ਆ ਕੇ ਸਾਨੂੰ ਮੁਸ਼ਾਇਰੇ ਵਾਲੀ ਥਾਂ 'ਤੇ ਲੈ ਜਾਣਾ ਸੀ। ਪਾਕਿਸਤਾਨੀ ਸ਼ਾਇਰ ਮੁੜ ਆਉਣ ਦਾ ਇਕਰਾਰ ਦੇ ਕੇ ਅਤੇ ਮੁਸਕਰਾਹਟਾਂ ਬਖੇਰਦੇ ਜਦ ਵਾਪਸ ਜਾ ਰਹੇ ਸਨ, ਅਸੀਂ ਉੱਚੀ ਬੋਲ ਕੇ ਉਹਨਾਂ ਨੂੰ ਆਖਿਆ ਕਿ ਉਹ ਸਾਡਾ ਫਿਕਰ ਨਾ ਕਰਨ, ਮੁਸ਼ਾਇਰੇ ਦਾ ਇੰਤਜ਼ਾਮ ਕਰ ਲੈਣ। 3 ਵਜੇ ਅਸੀਂ ਇੱਥੇ ਗੁਰਦੁਆਰੇ 'ਚ ਹੀ ਹੋਵਾਂਗੇ। ਮੈਂ ਦੇਖਿਆ ਇੱਕ ਔਰਤ ਇਕੱਲੀ ਖੜੀ ਸੋਗਵਾਰ ਅੱਖਾਂ ਨਾਲ ਮੇਰੇ ਵੱਲ ਝਾਕ ਰਹੀ ਸੀ। ਉਹ ਕਿਸੇ ਨੂੰ ਮਿਲਣ ਆਈ ਹੋਏਗੀ। ਉਹ ਕੋਈ ਜਥੇ ਨਾਲ ਨਹੀਂ ਆਇਆ ਹੋਏਗਾ, ਕੋਈ ਹੋਰ ਵੀ ਜਾਣ ਪਹਿਚਾਣ ਵਾਲਾ ਨਹੀਂ ਦੱਸਿਆ ਹੋਏਗਾ। ਉਹ ਉਦਾਸ ਸੀ। ਮੇਰਾ ਬੋਲ ਸੁਣ ਕੇ ਉਹਦੀਆਂ ਅੱਖਾਂ 'ਚ ਬੇਮਲੂਮੀ ਜਿਹੀ ਚਮਕ ਉੱਭਰੀ। ਉਦਾਸੀ ਦੇ ਰੰਗ 'ਚ ਘੁਲ ਕੇ ਖੋ ਜਾਣ 'ਚ ਜਿੰਨੀ ਕੁ ਚਮਕ। ਆਪਣੇ ਸਾਥੀ ਸ਼ਾਇਰ ਨਾਲ ਮੈਂ ਕੋਈ ਗੱਲ ਕੀਤੀ ਤਾਂ ਉਸ ਔਰਤ ਨੇ ਬੜੀ ਕਾਹਲ ਨਾਲ ਪੁੱਛਿਆ, ਤੂੰ ਕਿੱਥੋਂ ਦਾ ਰਹਿਣ ਵਾਲਾ ਵੀਰਾ? ਉਹਦੇ ਪੁੱਛਣ ਤੋਂ ਮੈਨੂੰ ਪਤਾ ਲੱਗ ਗਿਆ ਕਿ ਇਹ ਵੀ ਜੇਹਲਮ ਵੱਲ ਦੀ ਕੋਈ ਹੈ। ਮੇਰੀ ਜੇਲਮੀ ਬੋਲੀ ਪਛਾਣ ਕੇ ਹੀ ਉਹਨੇ ਕੋਈ ਗੱਲ ਦਿਲ 'ਚ ਸੋਚੀ ਹੋਏਗੀ ਅਤੇ ਮੈਨੂੰ ਬੁਲਾ ਲਿਆ ਸੀ। ਪਟਿਆਲੇ ਤੋਂ ਮੈਂ ਜਵਾਬ ਦਿੱਤਾ, ਉੱਧਰ ਹੀ ਜੰਮਿਆ ਸੀ ਜਾਂ ਇੱਧਰ ਦਾ ਹੈ? ਕਿਤੋਂ ਦਾ? ਮੇਰੇ ਜਵਾਬ ਨਾਲ ਉਹਦੀ ਤਸੱਲੀ ਨਹੀਂ ਹੋਈ। ਜਨਮ ਤਾਂ ਮੇਰਾ ਇੱਧਰ ਦਾ ਹੀ ਹੈ ਭੈਣਾ, ਇੱਧਰ ਹੀ ਵੱਡਾ ਹੋਇਆ, ਉੱਜੜ ਕੇ ਉੱਧਰ ਗਿਆ। ਇੱਧਰ ਕਿੱਥੋਂ ਦਾ? ਕਾਲਾ, ਜੇਹਲਮ ਦੇ ਨੇੜੇ ਪਿੰਡ ਹੈ। ਅੱਛਾ, ਕਾਲਾ ਪਿੰਡ ਹੈ ਤੇਰਾ? ਉਹਦੀਆਂ ਅੱਖਾਂ 'ਚੋਂ ਨਾਲ ਦੀ ਨਾਲ ਸਾਰੀ ਉਦਾਸੀ ਉੱਡ ਗਈ। ਉਹਦੀ ਨਿਗਾਹ ਚਿੱਟੀ ਨਿੱਘੀ ਧੁੱਪ ਵਾਂਗ ਮਹਿਕ ਉੱਠੀ। ਫਿਰ ਉਹਨੇ ਕਿਹਾ, ਮੈਂ ਤਾਂ ਤੇਰੀ ਬੋਲੀ ਪਛਾਣ ਲਈ ਸੀ ਵੀਰਾ। ਅਤੇ ਉਹਨੇ ਉੱਡ ਕੇ ਮੇਰਾ ਹੱਥ ਫੜ ਲਿਆ। ਤੂੰ ਇੱਧਰ ਕਿੱਥੋਂ ਦੀ ਹੈ ਭੈਣੇ? ਮੇਰਾ ਮਨ ਵੀ ਪਿਘਲਣ ਲੱਗ ਪਿਆ। ਕਾਲਾ ਹੀ ਮੇਰਾ ਪਿੰਡ ਹੈ। ਉਹਦੀਆਂ ਅੱਖਾਂ 'ਚ ਆਪਣਾ ਤੁੱਭਰਨ ਲੱਗੀ। ਤੂੰ ਵਿਆਹੀ ਹੋਏਂਗੀ ਉੱਥੇ? ਨਹੀਂ, ਮੈਂ ਜੰਮੀ ਸਾਂ ਕਾਲੇ ਪਿੰਡ, ਵਿਆਹੀ ਗਈ ਸਾਂ ਅਦਵਾਲ। ਮੇਰਾ ਖਾਵੰਦ ਅੰਮ੍ਰਿਤਸਰ ਕੱਪੜੇ ਦੀ ਦੁਕਾਨ ਕਰਦਾ ਸੀ। ਮੁਲਕ ਦੀ ਵੰਡ ਵੇਲੇ ਉੱਧਰ ਹੀ ਰਹਿ ਗਿਆ ਸੀ। ਮੈਂ ਤਾਂ ਅਜੇ ਵਿਆਹੀ ਹੀ ਸਾਂ। 2 ਵਾਰ ਉਹ ਮੈਨੂੰ ਅੰਮ੍ਰਿਤਸਰ ਲੈ ਕੇ ਗਿਆ ਸੀ। 1 ਮਹੀਨਾ ਹੀ ਰਹੀ ਸਾਂ ਅਤੇ ਫਿਰ ਭਾਣਾ ਵਰਤ ਗਿਆ। ਮੈਂ ਤਾਂ ਕਾਲੇ ਹੀ ਸਾਂ ਮਾਪਿਆਂ ਕੋਲ। ਹੁਣ ਜਦ ਵੀ ਕੋਈ ਜੱਥਾ ਪੰਜਾ ਸਾਹਿਬ ਆਉਂਦਾ, ਮੈਂ 70 ਮੀਲ ਦਾ ਪੈਂਡਾ ਮਾਰ ਕੇ ਇੱਥੇ ਆਉਂਦੀ ਹਾਂ। ਕੀ ਹੈ, ਕੋਈ ਮਿਲ ਹੀ ਜਾਵੇ ਅਤੇ ਮੈਨੂੰ ਉਹਦਾ ਪਤਾ ਦੱਸੇ। ਤੂੰ ਤਾਂ ਨਹੀਂ ਜਾਣਦਾ ਹੋਏਗਾ ਵੀਰ ਉਹਨੂੰ। ਉਹਨੇ ਮੇਰਾ ਮੋਢਾ ਝੰਜੋੜਿਆ। ਕੱਦ 'ਚੋਂ ਮੈਥੋਂ ਲੰਮੀ ਸੀ ਅਤੇ ਦਰੱਖਤ ਦੀ ਛਾਂ ਵਾਂਗ ਮੇਰੇ ਉੱਤੇ ਝੁਕੀ ਹੋਈ ਸੀ। ਕੀ ਨਾਂ ਸੀ? ਮੈਂ ਪੁੱਛਿਆ। ਕਰਮਦੀਨ। ਉਹਦੇ ਬੁੱਲ੍ਹਾਂ ਉੱਤੇ ਕਿਸੇ ਮਿੱਠੀ ਆਸ ਦੀ ਫੜਫੜਾਹਟ ਸੀ। ਅੰਮ੍ਰਿਤਸਰ ਕਿਸ ਬਾਜ਼ਾਰ 'ਚ ਦੁਕਾਨ ਸੀ ਉਹਦੀ? ਉਹਦੀਆਂ ਅੱਖਾਂ 'ਚ ਕੋਈ ਅਕਹਿ ਰੌਸ਼ਨੀ ਸੀ। ਉਹ ਤੜਪ ਉੱਠਣ ਵਾਂਗ ਬੋਲੀ, ਹਾਲ ਬਾਜ਼ਾਰ 'ਚ। ਹੁਣ ਉਹਦੀਆਂ ਗੈਰ ਗੰਭੀਰ ਅੱਖਾਂ ਮੇਰੇ ਬੁੱਲ੍ਹਾਂ ਉੱਤੇ ਗੱਡੀਆਂ ਹੋਈਆਂ ਸਨ। ਜਿਵੇਂ ਮੈਂ ਜੋ ਕੁਝ ਬੋਲਾਂਗਾ ਉਸ ਨਾਲ ਉਹਦੀ ਕਿਸਮਤ ਜਾਗ ਉੱਠੇਗੀ। ਪਰ ਮੈਂ ਤਾਂ ਸੋਚਾਂ 'ਚ ਹੀ ਡੁੱਬ ਗਿਆ ਹੋਇਆ ਸਾਂ। ਕੌਣ ਕਰਮਦੀਨ? ਹਾਲ ਬਾਜ਼ਾਰ 'ਚ ਕਿਹੜੀ ਦੁਕਾਨ? ਮੈਨੂੰ ਕੁਝ ਪਤਾ ਨਹੀਂ ਸੀ। ਮੇਰੀ ਚੁੱਪ ਨੂੰ ਵੇਖ ਕੇ ਉਹ ਨਿਰਾਸ਼ ਹੋ ਗਈ। ਅੱਖਾਂ ਦੇ ਚਿੱਟੇ ਚਾਨਣ 'ਚ ਉਦਾਸੀ ਦਾ ਰੰਗ ਇੱਕਦਮ ਘੁਲ ਗਿਆ। ਉਹ ਧਰਤੀ ਉੱਤੇ ਪੈਰਾਂ ਭਾਰ ਬੈਠ ਗਈ ਅਤੇ ਪੁੜਪੁੜੀਆਂ 'ਤੇ ਹੱਥ ਧਰ ਲਏ। ਮੈਂ ਵੀ ਉਹ ਤੋਂ ਜ਼ਰਾ ਹਟ ਕੇ ਇੱਕ ਪੱਥਰ ਉੱਤੇ ਬਹਿ ਗਿਆ। ਜ਼ਹਿਰ ਵਰਗੀ ਕੌੜੀ ਘੁੱਟ ਅੰਦਰ ਲੰਘਾ ਕੇ ਫਿਰ ਉਹਨੇ ਗੱਲ ਦਾ ਰੁੱਖ ਬਦਲਿਆ। ਕਾਲੇ 'ਚ ਵੀਰ, ਤੁਹਾਡਾ ਘਰ ਕਿਹੜੇ ਪਾਸੇ ਸੀ? ਚੜ੍ਹਦੇ ਪਾਸੇ, ਦੇਵੀ ਦੇ ਮੰਦਿਰ ਕੋਲ। ਅੱਛਾ, ਹਾਂ, ਉਹ ਇੱਕੋ ਹੀ ਘਰ ਹੈ ਉਸ ਪਾਸੇ ਜਿਸ 'ਚ ਹੁਣ ਇੱਕ ਰਿਫਿਊਜੀ ਟੱਬਰ ਰਹਿੰਦਾ। ਸਾਡਾ ਘਰ ਵੀ ਉਸ ਪਾਸੇ ਹੀ ਹੈ। ਮੈਂ ਇਮਾਮ ਬਖਸ਼ ਦੀ ਧੀ ਹਾਂ। ਇਮਾਮ ਬਖਸ਼? ਜਿਸ ਕੋਲ ਭੇਡਾਂ ਦਾ ਇੱਜੜ ਹੁੰਦਾ ਸੀ? ਹਾਂ, ਉਹੀ ਵੀਰ। ਤੂੰ ਸਦੀਕਾਂ ਦਾ ਨਹੀਂ? ਹਾਂ ਵੀਰ, ਮੈਂ ਸਦੀਕਾਂ। ਅਤੇ ਅਸੀਂ ਆਪਣੀ ਥਾਂ ਤੋਂ ਉੱਠੇ ਨੇੜੇ ਹੋ ਕੇ ਖੜ੍ਹ ਗਏ। ਮੈਂ ਦੱਸਿਆ, ਮੈਂ ਦਰਸ਼ਨ ਹਾਂ, ਹੌਲਦਾਰ ਸ਼ਿੰਗਾਰਾ ਸਿੰਘ ਦਾ ਪੁੱਤਰ, ਅਤੇ ਸ਼ਿੰਗਾਰਾ ਸਿੰਘ ਜਿਹੜਾ ਦੂਜੀ ਵੱਡੀ ਜੰਗ 'ਚ ਮਾਰਿਆ ਗਿਆ ਸੀ। ਮੇਰਾ ਇੱਕ ਤਾਇਆ ਵੀ ਸੀ, ਸੁਜਾਨ ਸਿੰਘ। ਉਹਨੇ ਹੀ ਮੈਨੂੰ ਪਿਆਰ ਦਿੱਤਾ ਸੀ, ਮੈਨੂੰ ਪੜ੍ਹਾਇਆ ਸੀ, ਫਿਰ ਆਪਣੇ ਨਾਲ ਹੀ ਸ਼ਹਿਰ ਲੈ ਗਿਆ ਸੀ ਜਿੱਥੇ ਉਹਦੀ ਲੱਕੜਾਂ ਦੀ ਵੱਡੀ ਟਾਲ ਸੀ। ਤੂੰ ਦਰਸ਼ਨ ਹੈ? ਸਦੀਕਾ ਨੇ ਮੇਰੇ ਦੋਵੇਂ ਹੱਥ ਫੜ ਕੇ ਆਪਣੇ ਕਾਲਜੇ ਨਾਲ ਘੁੱਟੇ। ਫਿਰ ਮੇਰੇ ਮੱਥੇ 'ਤੇ ਪਿਆਰ ਦੇ ਕੇ ਆਖਿਆ, ਚੱਲ ਅੱਜ ਕਾਲੇ ਨੂੰ 1 ਰਾਤ ਰਹਿ ਆ ਸਾਡੇ ਕੋਲ।
ਉੱਥੇ ਤਾਂ ਮੈਂ ਜਾ ਨਹੀਂ ਸਕਦਾ। ਸਦੀਕਾ ਮੇਰੇ ਵੀਜ਼ੇ 'ਚ ਲਿਖਿਆ ਹੋਇਆ ਨਹੀਂ, ਹੁਣ ਤਾਂ ਸਰਕਾਰਾਂ ਦੇ ਵੱਸ ਪਏ ਹੋਏ ਆ। ਉਹ ਰੋਣ ਲੱਗੀ। ਆਪਣੇ ਪਿੰਡ ਕਾਲਾ ਦਾ ਨਾਂ ਸੁਣ ਕੇ ਤੇ ਆਪਣੇ ਘਰ ਨੂੰ ਅੱਖਾਂ 'ਚ ਵਸਾ ਕੇ, ਜਿਸ 'ਚ ਕੋਈ ਰਿਫਿਊਜੀ ਪਰਿਵਾਰ ਰਹਿੰਦਾ ਸੀ, ਤੇ ਸਦੀਕਾ ਨਾਲ ਬਚਪਨ 'ਚ ਖੇਡਣ ਦੀ ਫਿਲਮ ਯਾਦਾਂ ਦੀ ਸਕਰੀਨ ਉੱਤੇ ਚੱਲਦੀ ਵੇਖ ਕੇ ਮੈਂ ਤਾਂ ਗੁਆਚ ਹੀ ਗਿਆ ਸਾਂ। ਪਤਾ ਨਹੀਂ ਕੀ ਸੋਚ ਗਿਆ ਸਾਂ। ਅੱਖਾਂ ਪੂੰਝ ਕੇ ਉਹਨੇ ਮੇਰਾ ਹੱਥ ਫੜਿਆ ਤੇ ਪੁੱਛਿਆ, ਕੱਲ੍ਹ ਨੂੰ ਵੀ ਇੱਥੇ ਹੀ ਹੈ? ਹਾਂ, ਕੱਲ੍ਹ ਸ਼ਾਮ ਨੂੰ ਅਸੀਂ ਚੱਲਣਾ। ਮੈਂ ਅੱਜ ਕਾਲੇ ਨੂੰ ਜਾਂਦੀ ਹਾਂ। ਕੱਲ੍ਹ ਦੁਪਹਿਰ ਨੂੰ ਤੇਰੇ ਲਈ ਘਰੋਂ ਆਪੇ ਰੋਟੀ ਪਕਾ ਕੇ ਲਿਆਵਾਂਗੀ, ਤੂੰ ਕਾਲੇ ਦੀ ਰੋਟੀ ਖਾਵੀਂ। ਮੇਰਾ ਲੂੰ ਹਾਂ ਕਹਿ ਗਿਆ। ਉਹ ਚਲੀ ਗਈ। ਗੁਰਦੁਆਰੇ ਅੰਦਰ ਦੋਵੇਂ ਸਾਥੀ ਸ਼ਾਇਰਾਂ ਕੋਲ ਮੈਂ ਵੀ ਜਾ ਬੈਠਾ। ਅਸੀਂ ਸ਼ਾਮ ਨੂੰ ਪੜ੍ਹਨ ਵਾਲੀਆਂ ਨਜ਼ਮਾਂ ਦੀ ਚੋਣ ਕਰਨ ਲੱਗੇ। ਦੂਜੇ ਦਿਨ ਸਦੀਕਾ ਰੋਟੀ ਲੈ ਕੇ ਆਈ। ਗੁਰਦੁਆਰੇ ਤੋਂ ਬਾਹਰ ਇੱਕ ਰੁੱਖ ਥੱਲੇ ਅਸੀਂ ਬੈਠ ਗਏ। 4 ਡੱਬਿਆਂ ਵਾਲੇ ਵੱਡੇ ਟਿਫਨ 'ਚ ਉਹਨੇ ਕਿੰਨਾ ਹੀ ਕੁਝ ਲਿਆਂਦਾ ਹੋਇਆ ਸੀ। ਮੈਨੂੰ ਆਦਤ ਹੈ, ਸਾਰੀ ਰੋਟੀ ਖਾਣ ਪਿੱਛੋਂ ਹੀ ਮੈਂ ਪਾਣੀ ਪੀਨਾ। ਵਿੱਚ ਦੀ ਸਦੀਕਾ ਨੇ ਪੁੱਛਿਆ ਵੀ ਪਾਣੀ ਪਾ ਦਿਆਂ, ਪਰ ਮੈਂ ਕਹਿ ਦਿੱਤਾ ਕੋਈ ਗੱਲ ਨਹੀਂ, ਪਾਣੀ ਪੀ ਲਵਾਂਗਾ। ਮੇਰੇ ਕੋਲ ਬੈਠੀ ਉਹ ਸਵਾਰ ਕੇ ਮੈਨੂੰ ਰੋਟੀ ਖਵਾ ਰਹੀ ਸੀ। ਮੇਰੀ ਮਾਂ ਮੈਨੂੰ ਇਸੇ ਤਰ੍ਹਾਂ ਇੰਨੇ ਹੀ ਚਾਅ ਨਾਲ ਰੋਟੀ ਖਵਾਇਆ ਕਰਦੀ ਸੀ। ਸਦੀਕਾਂ ਦੀਆਂ ਲਿਆਂਦੀਆਂ ਪਰੌਂਠੀਆਂ, ਆਲੂ ਛੋਲਿਆਂ ਦੀ ਲਜ਼ੀਜ਼ ਸੁੱਕੀ ਸਬਜ਼ੀ, ਅੰਬ ਤੇ ਨਿੰਬੂ ਦਾ ਜ਼ਾਇਕੇਦਾਰ ਅਚਾਰ, ਅਣਘਾਲੇ ਦੁੱਧ 'ਚ ਰਿੰਨੀ ਰਬੜੀ ਵਰਗੀ ਮਿੱਠੀ ਤੇ ਖੋਪਾ ਦਾਖਾਂ ਪਾ ਕੇ ਬਣਾਈ ਖੀਰ, ਸਭ ਕਾਸੇ 'ਚੋਂ ਮੈਨੂੰ ਉਹੀ ਸਵਾਦ ਆਇਆ ਜਿਹੜਾ ਮਾਂ ਵੇਲੇ ਆਇਆ ਕਰਦਾ ਸੀ। ਮੈਂ ਦੁੱਗਣੀ ਰੋਟੀ ਖਾ ਗਿਆ ਹੋਵਾਂਗਾ, ਫਿਰ ਵੀ ਉਹ ਜ਼ਿੱਦ ਕਰ ਰਹੀ ਸੀ, ਭੁੱਖਾ ਨਾ ਰਹੀਂ ਵੀਰ। ਮਾਂ ਦੀ ਆਦਤ ਸੀ, ਉਹ ਰੋਟੀ ਵੇਲੇ ਪਾਣੀ ਨਹੀਂ ਦਿਆ ਕਰਦੀ ਸੀ। ਕਹਿ ਦਿੰਦੀ ਆਪੇ ਲੈ ਲੈ ਘੜੇ 'ਚੋਂ, ਤੇ ਮੈਂ ਵੀ ਘੋਲ ਕਰ ਜਾਂਦਾ ਸੀ ਤੇ ਸਾਰੀ ਰੋਟੀ ਖਾਣ ਪਿੱਛੋਂ ਹੀ ਪਾਣੀ ਪੀਂਦਾ। ਸਾਰੀ ਰੋਟੀ ਖਾਣ ਤੋਂ ਬਾਅਦ ਪਾਣੀ ਪੀਣ ਦੀ ਆਦਤ ਸ਼ਾਇਦ ਉਦੋਂ ਤੋਂ ਹੀ ਮੇਰੀ ਬਣ ਗਈ ਸੀ, ਤੇ ਰੋਟੀ ਖਾਣ ਪਿੱਛੋਂ ਘੜੇ ਦੇ ਗਲ 'ਚ ਬਾਂਹ ਪਾ ਕੇ ਪਾਣੀ ਦੀ ਗੜਵੀ ਭਰਦਾ ਤੇ ਹੱਥ ਨਾਲ ਹੀ ਪੀ ਲੈਂਦਾ। ਬਾਅਦ 'ਚ ਜਿਹੜਾ ਡਕਾਰ ਆਉਂਦਾ, ਉਸ ਨਾਲ ਤਾਂ ਪੂਰਾ ਸਵਾਦ ਆ ਜਾਂਦਾ। ਉਸ ਤਰ੍ਹਾਂ ਦੀ ਸਵਾਦੀ ਰੋਟੀ ਮੁੜ ਸਾਰੀ ਉਮਰ ਨਹੀਂ ਮਿਲੀ। ਜਾਂ ਫਿਰ ਇਹ ਦਿਨ। ਸਦੀਕਾਂ ਵੱਲ ਭਰਪੂਰ ਨਿਗਾਹਾਂ ਭਰ ਕੇ, ਫਿਰ ਆਲਾ ਦੁਆਲਾ ਭਾਂਪ ਕੇ ਮੈਂ ਅੰਦਾਜ਼ਾ ਲਾਇਆ, ਪਾਣੀ ਕਿਤੇ ਨਹੀਂ ਸੀ। ਮੈਂ ਉਹਨੂੰ ਕਿਹਾ, ਰੋਟੀ ਤਾਂ ਤੂੰ ਕਾਲੀ ਦੀ ਲੈ ਆਈ, ਪਾਣੀ ਹੁਣ ਕਿੱਥੋਂ ਪੀਵਾਂ? ਉਹਨੇ ਵੱਡੇ ਡੋਲੂ ਦਾ ਢੱਕਣ ਖੋਲ੍ਹਿਆ ਤੇ ਸਟੀਲ ਦਾ ਗਲਾਸ ਭਰ ਕੇ ਕਹਿਣ ਲੱਗੀ, ਪਾਣੀ ਵੀ ਉੱਥੋਂ ਹੀ ਲੈ ਕੇ ਆਈ ਹਾਂ, ਤੁਹਾਡੇ ਘਰ ਵਾਲੀ ਖੂਹੀ ਦਾ। ਰੋਟੀ ਨਾਲ ਇੰਨਾ ਰੱਜ ਜਾਣ ਤੋਂ ਬਾਅਦ ਵੀ ਮੇਰਾ ਦਿਲ ਕਰਦਾ ਸੀ ਸਾਰਾ ਡੋਲੂ ਪੀ ਜਾਵਾਂ। ਧੰਨਵਾਦ। ਰਾਮ ਸਿੰਘ ਢੇਸੀ ਦੀ ਕਹਾਣੀ ਹੈ ਰਹਿਮਾ। ਉਹਦਾ ਪੂਰਾ ਨਾਂ ਰਹਿਮਤ ਅਲੀ ਸੀ। ਉਹ ਮੇਰਾ ਹਮਜਮਾਤੀ ਸੀ। ਮੈਨੂੰ ਉਹਦੀ ਸਹੀ ਉਮਰ ਦਾ ਤਾਂ ਪਤਾ ਨਹੀਂ, ਪਰ ਮੈਂ 1947 ਵਿੱਚ 9 ਸਾਲ ਦਾ ਸਾਂ। ਮੇਰੀ ਚਾਚੇ ਉਹ ਵੀ ਉਮਰ 'ਚ 9 ਸਾਲਾਂ ਤੋਂ ਘੱਟ ਨਹੀਂ ਹੋਏਗਾ, ਪਰ ਕੱਦ ਕਾਠ ਤੇ ਚਿਹਰੇ ਮੂਹਰੇ ਤੋਂ ਬਲੂੰਗੜਾ ਜਿਹਾ ਜਾਪਦਾ ਸੀ। ਸਾਡੀ ਜਮਾਤ 'ਚੋਂ ਸਭ ਤੋਂ ਮਾੜਕੂ ਤੇ ਨਲੀ ਚੋਚੋ ਸੀ। ਉਹ ਹਮੇਸ਼ਾ ਸਹਿਮਿਆ ਨਜ਼ਰ ਆਉਂਦਾ ਤੇ ਸਭ ਤੋਂ ਪਿੱਛੇ ਉਸਤਾਦ ਦੀ ਨਜ਼ਰ ਤੋਂ ਓਹਲੇ ਬੈਠਣ ਦੀ ਕੋਸ਼ਿਸ਼ ਕਰਦਾ। ਉਹ ਸਾਰੀ ਜਮਾਤ ਵਿੱਚੋਂ ਇੱਕੋ ਇੱਕ ਮੁੰਡਾ ਸੀ ਜਿਹਦੇ ਪਿਓ ਦਾ ਨਾਂ ਸਭ ਨੂੰ ਪਤਾ ਸੀ। ਉਹਨੂੰ ਸਾਰੇ ਮੁਹਕਮਦੀਨ ਕਮ ਰਹਿਮਾ ਕਹਿੰਦੇ ਸਨ। ਇਸ ਲਈ ਨਹੀਂ ਕਿ ਮੁਹਕਮਦੀਨ ਕੋਈ ਬਹੁਤ ਵੱਡਾ ਆਦਮੀ ਸੀ, ਸਗੋਂ ਇਸ ਲਈ ਕਿ ਮੁਹਕਮਦੀਨ ਦੇ ਖੇਤ ਸਕੂਲ ਦੀ ਗਰਾਊਂਡ ਦੇ ਨਾਲ ਲੱਗਦੇ ਸੀ, ਤੇ ਮੁਹਕਮਦੀਨ ਲਸੂੜੀ ਦੀ ਇੱਕ ਅਰਾਈ ਖੇਤੀਕਾਰ ਸੀ। ਉਹ ਵੀ ਰਹਿਮੇ ਵਾਂਗ ਛੋਟੇ ਕੱਦ ਦਾ ਸੀ। ਉਹ ਗਾਏ ਬਗਾਏ ਰਹਿਮੇ ਦੀ ਪੜ੍ਹਾਈ ਦਾ ਮੁਨਸ਼ੀ ਅਜੀਜ਼ਦੀਨ ਤੋਂ ਪਤਾ ਕਰਨ ਸਕੂਲ ਆਉਂਦਾ ਰਹਿੰਦਾ। ਮੁਨਸ਼ੀ ਜੀ ਕੁੱਲੇ ਵਾਲੀ ਚਿੱਟੀ ਪੱਗ ਬੰਨ੍ਹਦੇ, ਚਿੱਟੀ ਸਲਵਾਰ ਤੇ ਕੁੜਤੇ 'ਚੋਂ ਖੂਬ ਫੱਬਦੇ। ਸਾਡੀ ਦਲੀਲੇ ਉਹ ਸਕੂਲ ਦੇ ਸਾਰੇ ਉਸਤਾਦਾਂ ਵਿੱਚੋਂ ਸ਼ੌਕੀਨ ਸਨ। ਮੁਨਸ਼ੀ ਅਜੀਜ਼ਦੀਨ ਨਿਹਾਇਤ ਸ਼ਰੀਫ, ਕਾਬਲ, ਸਾਫ਼ ਗੋ ਤੇ ਮਿੱਠੜੇ ਸੁਭਾਅ ਦੇ ਜਾਣੇ ਜਾਂਦੇ ਸਨ। ਪਰ ਜਿਹੜੇ ਮੁੰਡੇ ਸਕੂਲ ਦਾ ਕੰਮ ਕਰਕੇ ਨਾ ਲਿਆਉਂਦੇ ਜਾਂ ਚੰਗੀ ਤਰ੍ਹਾਂ ਨਾ ਕਰਦੇ, ਉਹਨਾਂ ਨਾਲ ਉਹ ਸਖਤੀ ਨਾਲ ਪੇਸ਼ ਆਉਂਦੇ। ਜਦ ਵੀ ਮੁਹਕਮਦੀਨ ਰਹਿਮੇ ਦੀ ਪੜ੍ਹਾਈ ਬਾਰੇ ਪੁੱਛਦਾ ਤਾਂ ਅਜੀਜ਼ਦੀਨ ਜੀ ਕਹਿੰਦੇ, ਮੁਹਕਮਦੀਨਾ, ਤੂੰ ਖੇਤਾਂ 'ਚ ਇਕੱਲਾ ਜਾਨ ਖਪਾਉਂਦਾ ਹੈ ਤੇ ਭੂਤਨੀ ਦਾ ਇੱਥੇ ਤੱਪੜ ਘਸਾਉਂਦਾ ਮੇਰੀ ਜਾਨ ਖਾਂਦਾ ਰਹਿੰਦਾ। ਪੜ੍ਹਦਾ ਪੁੜਦਾ ਤੇ ਐਸਾ ਵੈਸਾ ਹੀ ਹੈ, ਪਰ ਜਿਵੇਂ ਕਿਵੇਂ ਹਰ ਸਾਲ ਪਾਸ ਹੋਈ ਜਾਂਦਾ। ਮੇਰੀ ਚਾਚੇ ਪੜਾ ਪਟਵਾਰੀ ਇਸ ਬਣਨਾ ਕੋਈ ਨਹੀਂ। ਮੇਰੀ ਸਲਾਹ ਮੰਨ, ਇਹਨੂੰ ਆਪਣੇ ਨਾਲ ਖੇਤੀ 'ਚ ਪਾ ਲੈ। ਕਿਤੇ ਕਿਆਰਾ ਬੰਨਾ ਮੋੜੂ, ਨਹੀਂ ਤੇ ਪਸ਼ੂ ਹੀ ਚਾਰ ਲਿਆਊ, ਨਾਲੇ ਸ਼ਾਇਦ ਇਹਦੇ ਹੱਡ ਵੀ ਜ਼ਰਾ ਖੁੱਲ੍ਹ ਜਾਣ। ਮੁਹਕਮਦੀਨ ਮੁਨਸ਼ੀ ਜੀ ਦੀ ਮਿੰਨਤ ਕਰਦਾ, ਜੀ ਇਹਨੂੰ ਚਿੱਠੀ ਪੱਤਰ ਤੇ ਮਾੜੇ ਮੋਟੇ ਹਿਸਾਬ ਜੋਗਾ ਕਰ ਦਿਓ। ਮੈਂ ਤਾਂ ਜ਼ਿੰਦਗੀ ਤੁਹਾਡਾ ਅਹਿਸਾਨ ਨਹੀਂ ਭੁੱਲਾਂਗਾ। ਮੁਨਸ਼ੀ ਜੀ ਹੱਸ ਪੈਂਦੇ, ਚੰਗਾ ਬਈ, ਤੇਰੀ ਮਰਜ਼ੀ। ਰਹਿਮੇ ਨਾਲ ਮੇਰੀ ਯਾਰੀ ਤੇ ਕੋਈ ਨਹੀਂ ਸੀ, ਪਰ ਉਹ ਮੈਨੂੰ ਚੰਗਾ ਲੱਗਦਾ ਸੀ। ਉਹ ਵੀ ਕਈ ਹੋਰ ਸਾਡੇ ਜਮਾਤੀਆਂ ਵਾਂਗ ਸਕੂਲ ਦਾ ਕੰਮ ਨਾ ਕਰਕੇ ਲਿਆਉਂਦਾ ਤਾਂ ਉਹ ਸਾਰੇ ਮੋਰ ਬਣਾਏ ਜਾਂਦੇ।
ਮੁਨਸ਼ੀ ਅਜੀਜ਼ ਦੇ ਰਿਵਾਜ਼ ਮੁਤਾਬਕ ਮਨੀਟਰ ਤੋਂ ਜਿਹੜਾ ਬਦਕਿਸਮਤੀ ਤੇ ਖੁਸ਼ਕਿਸਮਤੀ ਨਾਲ ਮੈਂ ਸਾਂ ਉਹਨਾਂ ਦੇ ਛਿੱਤਰ ਮਰਵਾਉਂਦੇ। ਛਿੱਤਰ ਲਾਉਂਦਿਆਂ ਲਾਉਂਦਿਆਂ ਜਦ ਮੈਂ ਰਹਿਮੇ ਤੀਕ ਪੁੱਜਦਾ ਤਾਂ ਠਠੰਬਰ ਜਾਂਦਾ। ਮੇਰੀ ਘਬਰਾਹਟ ਸਾਫ਼ ਨਜ਼ਰ ਆਉਂਦੀ ਤੇ ਕਈ ਵਾਰ ਮੇਰਾ ਹੱਥ ਉੱਪਰ ਦਾ ਉੱਪਰ ਹੀ ਰੁਕ ਜਾਂਦਾ। ਮੁਨਸ਼ੀ ਮੈਨੂੰ ਦਬਕਾ ਮਾਰਦੇ, ਓਏ ਸੌਂ ਗਿਆ? ਮੈਂ ਛਿੱਤਰ ਵਾਲਾ ਹੱਥ ਖੂਬ ਉੱਚਾ ਚੁੱਕਦਾ, ਪਰ ਫਿਰ ਵੀ ਛਿੱਤਰ ਜ਼ਰਾ ਪੋਲਾ ਹੀ ਮਾਰਦਾ, ਜਿਵੇਂ ਮੈਨੂੰ ਡਰ ਹੋਵੇ ਮਤੇ ਮਾਰੀ ਨਾ ਜਾਏ। ਮੁਨਸ਼ੀ ਜੀ ਕਹਿੰਦੇ, ਪਿਛਲੇ ਜਨਮ 'ਚ ਜ਼ਰੂਰ ਤੇਰਾ ਭਰਾ ਭਤੀਜਾ ਹੋਣਾ। ਸਾਰੇ ਮੁੰਡੇ ਹੱਸ ਪੈਂਦੇ। ਮਾਰਚ ਦਾ ਮਹੀਨਾ ਸੀ। ਅਸੀਂ ਤੀਜੀ ਜਮਾਤ 'ਚ ਸੀ ਤੇ ਮੁਨਸ਼ੀ ਬਦਰਦੀਨ ਚੌਥੀ ਨੂੰ ਪੜ੍ਹਾਉਂਦੇ ਸੀ। ਅਜ਼ੀਜ਼ ਦੀਨ ਤੇ ਬਦਰਦੀਨ ਦਾ ਤੀਜੀ ਤੇ ਚੌਥੀ ਵਿਚਾਲੇ ਮੁਸ਼ਾਇਰੇ ਦੇ ਮੁਕਾਬਲੇ ਦਾ ਸ਼ੌਕ ਸੀ। ਦੋਨੋਂ ਜਮਾਤਾਂ ਆਹਮਣੇ ਸਾਹਮਣੇ ਬੈਠ ਜਾਂਦੀਆਂ। ਇੱਕ ਮੁੰਡਾ ਇੱਕ ਸ਼ੇਰ ਬੋਲਦਾ। ਜਿਸ ਵੀ ਅੱਖਰ ਨਾਲ ਉਹ ਸ਼ੇਰ ਖਤਮ ਹੁੰਦਾ, ਦੂਜੇ ਪਾਸੇ 'ਚੋਂ ਕਿਸੇ ਨਾ ਕਿਸੇ ਮੁੰਡੇ ਨੂੰ ਉਸੇ ਅੱਖਰ ਨਾਲ ਸ਼ੇਰ ਸ਼ੁਰੂ ਕਰਨਾ ਪੈਂਦਾ। ਇੰਜ ਜਿਹੜੀ ਜਮਾਤ ਆਖਰ 'ਚ ਲਾਜਵਾਬ ਹੋ ਜਾਂਦੀ, ਉਹ ਹਾਰ ਜਾਂਦੀ। ਅਜਿਹੀ ਮੁਕਾਬਲਾ ਜਿਹੜਾ ਸ਼ਾਇਦ ਆਖਰੀ ਹੀ ਸੀ ਹੋਇਆ ਤੇ ਚੌਥੀ ਜਮਾਤ ਜਿੱਤਦੀ ਲੱਗਦੀ ਸੀ। ਮੁਹੰਮਦ ਸ਼ਰੀਫ ਚੌਥੀ ਦੇ ਤਾਲਬ ਇਲਮ ਜੋ ਭੈਂਗਾ ਤੇ ਚੁੰਨਾ ਜਿਹਾ ਸੀ ਨੇ ਇੱਕ ਸ਼ੇਰ ਬੋਲਿਆ। ਮੈਨੂੰ ਉਹ ਸ਼ੇਰ ਯਾਦ ਨਹੀਂ, ਪਰ ਜੋ ਮਗਰੋਂ ਹੋਇਆ ਉਹ ਕਦੀ ਨਹੀਂ ਭੁੱਲਿਆ। ਉਹਦਾ ਸ਼ੇਰ ਇਹ ਸ਼ਬਦ ਨਾਲ ਮੁੱਕਿਆ। ਮੈਨੂੰ ਬੜਾ ਢੁਕਵਾਂ ਤੇ ਮੁਖੌਲੀਆ ਸ਼ੇਰ ਯਾਦ ਆ ਗਿਆ ਜੋ ਇਹ ਨਾਲ ਸ਼ੁਰੂ ਹੋ ਕੇ ਇਹ ਨਾਲ ਹੀ ਖਤਮ ਹੁੰਦਾ ਸੀ। ਯਾ ਇਲਾਹੀ ਕਰ ਤਬਾਹੀ ਇਸ ਨਿਕੰਮੇ ਸੂਰ ਕੀ, ਆਂਖ ਪਤਲੀ ਨਾਕ ਮੋਟੀ ਸ਼ਕਲ ਹੈ ਲੰਗੂਰ ਕੀ। ਸ਼ਰੀਫ ਵਿਚਾਰਾ ਸ਼ਰੀਫ ਜਿਹਾ ਬਣ ਕੇ ਬਹਿ ਗਿਆ। ਸਾਡੇ ਜਮਾਤੀ ਤਾੜੀਆਂ ਮਾਰ ਉੱਠੇ। ਮੈਂ ਰਹਿਮੇ ਨੂੰ ਇੰਨਾ ਖੁਸ਼ ਕਦੀ ਨਹੀਂ ਸੀ ਵੇਖਿਆ। ਉਹ ਤਾੜੀਆਂ ਮਾਰਦਾ ਮਾਰਦਾ ਨੱਚਣ ਲੱਗ ਪਿਆ। ਮੁਨਸ਼ੀ ਬਦਰਦੀਨ ਨੇ ਸਿਰ ਮਾਰਦਿਆਂ ਆਖਿਆ, ਬਹਿ ਜਾ ਓਏ ਬਲੂੰਗਿਆ, ਅਗਲੇ ਸਾਲ ਮੈਂ ਤੈਨੂੰ ਸੂਰ ਬਣਾਉ। ਅਜੇ ਤੈਨੂੰ ਮੇਰਾ ਮੌਲਾ ਬਖਸ਼ ਦਾ ਨਹੀਂ ਪਤਾ ਕਿਵੇਂ ਚੱਲਦਾ, ਪਰ ਕਿਸੇ ਨੂੰ ਵੀ ਕੀ ਪਤਾ ਸੀ ਕਿ ਆਉਂਦੇ ਵਰੇ ਕੀ ਹੋਣ ਵਾਲਾ ਹੈ। 31 ਮਾਰਚ 1947 ਨੂੰ ਸਾਡੇ ਨਤੀਜੇ ਆਏ। ਅਸੀਂ ਤੀਜੀ ਤੇ ਚੌਥੀ ਜਮਾਤ 'ਚ ਹੋ ਗਏ। ਥੋੜ੍ਹੇ ਦਿਨ ਸਕੂਲ ਲੱਗਾ। ਮੁਨਸ਼ੀ ਬਦਰਦੀਨ ਇੰਨੇ ਸਖਤ ਸੁਭਾਅ ਨਾ ਸਾਬਤ ਹੋਏ ਜਿਵੇਂ ਉਹ ਆਪਣੇ ਆਪ ਨੂੰ ਕਹਿੰਦੇ ਸੀ। ਕਦੀ ਕਦਾਈ ਕਿਸੇ ਨਾ ਕਿਸੇ ਮੁੰਡੇ ਨੂੰ ਉਹਨਾਂ ਦੇ ਪੈਰ 'ਤੇ ਪਿੰਨੀਆਂ ਜ਼ਰੂਰ ਦਬਾਉਣੀਆਂ ਪੈਂਦੀਆਂ, ਜਿਹੜਾ ਕਾਫੀ ਔਖਾ ਕੰਮ ਲੱਗਦਾ ਸੀ, ਪਰ ਉਹਨਾਂ ਦਾ ਮੌਲਾ ਬਖਸ਼ ਆਮ ਤੌਰ 'ਤੇ ਸਾਈਕਲ ਨਾਲ ਟੰਗੇ ਝੋਲੇ 'ਚ ਹੀ ਪਿਆ ਰਹਿੰਦਾ। ਵਾਢੀਆਂ ਦੀਆਂ ਛੁੱਟੀਆਂ ਹੋ ਗਈਆਂ। ਚੜ੍ਹਦੀ ਮਈ ਸਕੂਲ ਮੁੜ ਖੁੱਲ੍ਹ ਗਏ। ਸਾਰੇ ਸਕੂਲ ਦੀ ਫਿਜ਼ਾ ਘੁੱਟਵੀਂ ਘੁੱਟਵੀਂ ਸੀ, ਭਾਵੇਂ ਕੋਈ ਕਾਰਨ ਜ਼ਾਹਰਾ ਤੌਰ 'ਤੇ ਨਹੀਂ ਸੀ ਦਿਸਦਾ ਪਿਆ। ਅਜੇ 2-3 ਹਫ਼ਤੇ ਸਕੂਲ ਜਾਂਦਿਆਂ ਹੋਏ ਸੀ ਕਿ ਇੱਕ ਦਿਨ ਆਪੋ ਆਪਣੇ ਪਿਓਆਂ ਨੂੰ ਅਗਲੇ ਭਲਕ ਸਕੂਲ ਨਾਲ ਲਿਆਉਣ ਦੀ ਤਾਕੀਦ ਕੀਤੀ ਗਈ ਤੇ ਲਿਖਤੀ ਰੁਕੇ ਵੀ ਦਿੱਤੇ ਗਏ। ਸਕੂਲ 'ਚ ਤਕਰੀਬਨ 250 ਦੇ ਨੇੜੇ ਤੇੜੇ ਬੱਚੇ ਪੜ੍ਹਦੇ ਸੀ, ਪਰ ਮੈਨੂੰ ਯਾਦ ਹੈ ਕੋਈ 30 ਕੁ ਬੱਚਿਆਂ ਦੇ ਪਿਓ ਹੀ ਸਕੂਲ ਆਏ, ਜਿਨ੍ਹਾਂ 'ਚ ਇੱਕ ਮੇਰੇ ਪਿਤਾ ਜੀ ਵੀ ਸਨ। ਸਕੂਲ ਦੇ ਸਕੂਲ ਦੇ 8 ਉਸਤਾਦਾਂ, ਹੈਡਮਾਸਟਰ ਮੁਹੰਮਦ ਲਤੀਫ, ਸੈਕੰਡ ਮਾਸਟਰ ਸਰਦਾਰ ਕਿਸ਼ਨ ਸਿੰਘ ਤੇ ਆਏ ਵਡੇਰਿਆਂ ਵਿਚਕਾਰ ਪਹਿਲਾਂ ਗੱਲਬਾਤ ਹੋਈ। ਫਿਰ ਸਾਰੇ ਸਕੂਲ ਦੇ ਮੁੰਡਿਆਂ ਨੂੰ ਜੋ ਅਸੈਂਬਲੀ 'ਚ ਇਕੱਠੇ ਹੋਏ ਸਨ, ਹੈਡਮਾਸਟਰ ਮੁਹੰਮਦ ਲਤੀਫ ਨੇ ਸੰਬੋਧਨ ਕੀਤਾ। ਦੇਸ਼ ਆਜ਼ਾਦ ਹੋਣ ਵਾਲਾ ਹੈ, ਗੜਬੜ ਦਾ ਡਰ ਹੈ, ਸਕੂਲ ਅਣਮਿੱਥੇ ਸਮੇਂ ਲਈ ਬੰਦ ਰਹੇਗਾ, ਜ਼ਰਾ ਟਿਕ ਟਿਕਾ ਹੋਣ 'ਤੇ ਤੁਹਾਨੂੰ ਮੁੜ ਸਕੂਲ ਸੱਦ ਲਿਆ ਜਾਏਗਾ। ਸਕੂਲ 'ਚ ਆਜ਼ਾਦੀ ਬਾਰੇ ਬੇਸ਼ੱਕ ਸ਼ੁਰੂ ਸਾਲ ਤੋਂ ਹੀ ਗੱਲਾਂ ਹੁੰਦੀਆਂ ਰਹਿੰਦੀਆਂ ਸੀ, ਪਰ ਸਕੂਲ ਬੰਦੀ ਤੇ ਆਜ਼ਾਦੀ ਦੇ ਸਬੰਧ ਹੀ ਸਾਨੂੰ ਸਮਝ ਨਾ ਆਈ। ਸਕੂਲੋਂ ਛੁੱਟੀ ਲਈ ਮੈਂ ਬੜਾ ਖੁਸ਼ ਸੀ। ਪਿੰਡ ਆਉਂਦਿਆਂ ਰਸਤੇ 'ਚ ਪਿਤਾ ਜੀ ਨੇ ਦੱਸਿਆ, ਹਿੰਦੂ ਸਿੱਖ ਤੇ ਮੁਸਲਮਾਨਾਂ 'ਚ ਫਸਾਦਾਂ ਦਾ ਡਰ ਹੈ, ਇਸ ਲਈ ਪਿੰਡ ਤੋਂ ਬਹੁਤੀ ਦੂਰ ਬਾਹਰ ਇਕੱਲੇ ਨਹੀਂ ਜਾਣਾ। ਮੈਨੂੰ ਫਸਾਦਾਂ ਫਸੂਦਾਂ ਦੀ ਪਰਵਾਹ ਨਹੀਂ ਸੀ, ਬਸ ਸਕੂਲੋਂ ਛੁੱਟੀਆਂ ਦਾ ਚਾਅ ਸੀ। ਸਾਰਾ ਦਿਨ ਖਿੱਦੋ ਖੂੰਡੀ ਗੁੱਲੀ ਡੰਡਾ ਵੱਜਣਾ, ਬਸ ਕੁੱਤੇ ਖੱਸੀ ਤੋਂ ਬਿਨਾਂ ਹੋਰ ਕੋਈ ਕੰਮ ਨਹੀਂ ਸੀ। ਜੂਹ 'ਚ ਪਸ਼ੂ ਚਾਰਨਾ ਵੀ ਮਨ੍ਹਾ ਸੀ। ਮਾਰ ਮਰਾਈ ਦਾ ਡਰ ਜੋ ਸੀ, ਤੇ ਮੇਰੇ ਭਾਣੇ ਤਾਂ ਆਜ਼ਾਦੀ ਆਈ ਗਈ ਸੀ। ਉਂਝ ਕਈ ਵਾਰ ਮੇਰੇ ਛੋਟੇ ਜਿਹੇ ਸਿਰ 'ਚ ਸੋਚ ਆਉਂਦੀ ਵੀ ਜੇ ਸਕੂਲ ਨਾ ਜਾਣਾ ਤੇ ਅਨਪੜ੍ਹ ਰਹਿਣਾ ਹੀ ਆਜ਼ਾਦੀ ਹੈ, ਤਾਂ ਸਾਡੇ ਵੱਡੇ ਵਡੇਰੇ ਬਹੁਤੇ ਅਨਪੜ੍ਹ ਹੀ ਨੇ, ਉਹ ਤਾਂ ਪਹਿਲਾਂ ਹੀ ਆਜ਼ਾਦ ਹੋਏ, ਫਿਰ ਇਹ ਕਿਹੜੀ ਆਜ਼ਾਦੀ ਹੈ। ਮੇਰੇ ਦਿਮਾਗ 'ਚ ਫਸਾਦਾਂ ਬਾਰੇ ਜੋ ਗੱਲ ਸਕੂਲ 'ਚ ਹੈਡਮਾਸਟਰ ਸਾਹਿਬ ਨੇ ਤੇ ਰਸਤੇ 'ਚ ਪਿਤਾ ਜੀ ਪਾਈ ਸੀ, ਗੁੱਲੀ ਡੰਡੇ ਤੋਂ ਵਿਹਲੇ ਸਮੇਂ ਮੱਲੋ ਮੱਲੀ ਆ ਵੜਦੀ। ਕਿ ਹੁਣ ਕਦੀ ਮੁਸ਼ਤਾਕ, ਇਕਬਾਲ, ਬੱਕੀ, ਸ਼ਰੀਫ, ਰਹਿਮੇ, ਕਰਮੂ, ਬੰਸੂ ਤੇ ਲਛਮਣ ਨਹੀਂ ਮਿਲਣਗੇ। ਪਿੰਡਾਂ ਵਿਚਕਾਰ ਆਪਸੀ ਆਵਾਜਾਈ ਬੰਦ ਸਮਾਨ ਸੀ। ਪਿੰਡਾਂ 'ਚ ਰੇਡੀਓ ਜਾਂ ਅਖਬਾਰ ਦਾ ਕੋਈ ਪ੍ਰਬੰਧ ਨਹੀਂ ਸੀ। ਜੋ ਖਬਰਾਂ ਆਉਂਦੀਆਂ ਜਾਂ ਅਫਵਾਹਾਂ ਦੇ ਰੂਪ 'ਚ ਆਉਂਦੀਆਂ ਜਾਂ ਪਿਤਾ ਜੀ ਦੀਆਂ ਅਮਨ ਕਮੇਟੀ ਦੀਆਂ ਮੀਟਿੰਗਾਂ ਰਾਹੀਂ ਮਿਲਦੀਆਂ। ਸਾਡੇ ਇਰਦ ਗਿਰਦ ਇਲਾਕੇ ਦੀ 80
ਪ੍ਰਤੀਸ਼ਤ ਵਸੋਂ ਮੁਸਲਮਾਨਾਂ ਦੀ ਸੀ। ਇਸ ਇਲਾਕੇ ਦੀ ਅਮਨ ਕਮੇਟੀ ਪਿਤਾ ਜੀ ਦੇ ਉਤਸ਼ਾਹ ਨਾਲ ਬਣਾਈ ਗਈ ਸੀ, ਜਿਹਦੇ 4 ਹੋਰ ਕਾਰਕੁਨ ਦੇ ਨਾਮ ਮੈਨੂੰ ਕਦੀ ਨਹੀਂ ਭੁੱਲੇ। ਉਹ ਸੀ ਮੁਨਸ਼ੀ ਬਦਰਦੀਨ, ਮੁਨਸ਼ੀ ਅਜ਼ੀਜ਼ਦੀਨ, ਮੁਨਸ਼ੀ ਕਿਸ਼ਨ ਸਿੰਘ ਤੇ ਹੈਡਮਾਸਟਰ ਮੁਹੰਮਦ ਲਤੀਫ। ਇਹ ਸਾਰੇ ਲੁਕ ਛਿਪ ਕੇ ਜਾਂ ਸੁਰੱਖਿਆ ਪ੍ਰਬੰਧ ਹੇਠ ਸਾਡੇ ਘਰ ਇਕੱਠੇ ਹੁੰਦੇ। ਸਾਰੇ ਵੱਖ-ਵੱਖ ਪਿੰਡਾਂ ਦੇ ਸਨ। ਇਹਨਾਂ ਸਾਰਿਆਂ ਨੂੰ ਦੇਸ਼ ਦੇ ਬਟਵਾਰੇ ਦਾ ਥੋੜ੍ਹਾ ਬਹੁਤ ਗਿਆਨ ਸੀ, ਪਰ ਜੋ ਵਾਪਰਨ ਵਾਲਾ ਸੀ ਉਸ ਬਾਰੇ ਕਿਆਸ ਤੱਕ ਉਹਨਾਂ ਨੂੰ ਨਹੀਂ ਸੀ। ਇਹਨਾਂ ਦੀਆਂ ਗੱਲਾਂ ਬਾਤਾਂ ਮੈਂ ਕੰਧੀ ਕੋਨੀ ਲੱਗ ਕੇ ਸੁਣ ਹੀ ਲੈਂਦਾ। ਦਿਨੋਂ ਦਿਨ ਇਹਨਾਂ ਦੀਆਂ ਮਿਲਣੀਆਂ ਘਟਦੀਆਂ ਗਈਆਂ ਤੇ ਥੋੜ੍ਹੇ ਸਮੇਂ ਲਈ ਤੇ ਛੇਤੀ ਚੋਰਾਂ ਵਾਂਗੂ ਆਪਣੇ ਪਿੰਡਾਂ ਨੂੰ ਖਿਸਕ ਜਾਂਦੇ। ਐਸੀ ਇੱਕ ਮੀਟਿੰਗ ਆਖਰੀ ਸੀ ਜਿਸ 'ਚ ਮੁਨਸ਼ੀ ਅਜ਼ੀਜ਼ਦੀਨ ਨੇ ਭਰੀਆਂ ਅੱਖਾਂ ਨਾਲ ਦੱਸਿਆ, ਸਾਡੇ ਇਲਾਕੇ 'ਚ ਅਮਨ ਰਹਿੰਦਾ ਨਹੀਂ ਜਾਪਦਾ। ਇੱਥੇ ਵੱਡੇ ਤੂਫਾਨ ਦੇ ਆਸਾਰ ਬਣਦੇ ਨਜ਼ਰ ਆਉਂਦੇ ਨੇ। ਅਸਲਮ ਖਾਨ ਮੀਏ ਵਾਲੀਆ ਭਾਰੀ ਅਸਲਾ ਇਕੱਠਾ ਕਰ ਰਿਹਾ। ਸ਼ਾਹਕੋਟ ਦਾ ਥਾਣੇਦਾਰ ਵੀ ਉਹਨੂੰ ਪੂਰੀ ਸ਼ਹਿ ਦੇ ਰਿਹਾ। ਬਹੁਤ ਸਾਰੇ ਇਰਦ ਗਿਰਦ ਦੇ ਮੁਸਲਮਾਨ ਉਹਨੇ ਮੀਏਵਾਲ ਜਮ੍ਹਾਂ ਕਰ ਲਏ ਨੇ। ਉਹ ਖੈਰ ਹੱਥਾਂ ਨਹੀਂ, ਆਪਣੇ ਤੇ ਆਪਣੇ ਸਕੇ ਸੰਬੰਧੀਆਂ ਦੀ ਜਾਨ ਦੀ ਸੋਚੋ। ਪਿਤਾ ਜੀ ਦੀ ਅਸਲਮ ਖਾਨ ਨਾਲ ਵਾਹਵਾ ਸਾਬ ਸਲਾਮ ਸੀ। ਡਿਸਟ੍ਰਿਕਟ ਬੋਰਡ ਦੀਆਂ ਪਿਛਲੀਆਂ ਚੋਣਾਂ 'ਚ ਉਹਨਾਂ ਦੀ ਮਦਦ ਵੀ ਕੀਤੀ ਸੀ। ਉਹਨੂੰ ਉਹ ਮਿਲਣਾ ਚਾਹੁੰਦੇ ਸੀ ਤਾਂ ਕਿ ਅਮਨ ਦੀ ਕੋਈ ਸ਼ਬੀਲ ਬਣ ਸਕੇ। ਪਰ ਮੁਹੰਮਦ ਦੀਨ ਤੇ ਅਜ਼ੀਜ਼ਦੀਨ ਨੇ ਕਿਹਾ, ਸਰਦਾਰ ਜੀ, ਅਸਲਮ ਹੁਣ ਪਹਿਲੇ ਵਾਲਾ ਅਸਲਮ ਨਹੀਂ ਰਿਹਾ। ਤੁਹਾਡਾ ਉੱਥੇ ਜਾਣਾ ਖਤਰੇ ਤੋਂ ਖਾਲੀ ਨਹੀਂ, ਸਗੋਂ ਸਾਡੀ ਜਾਨ ਨੂੰ ਵੀ ਉਹਨਾਂ ਪਾਸੋਂ ਖਤਰਾ ਹੈ। ਉਹ ਸਾਨੂੰ ਸਿੱਖਾਂ ਦੇ ਯਾਰ ਸਮਝਦੇ ਨੇ ਤੇ ਅਸੀਂ ਬੇਵਸ ਹਾਂ। ਤੁਸੀਂ ਆਪਣੇ ਬਚਾਅ ਦੀ ਸੋਚੋ। ਤੇ ਮੈਂ ਇਹਨਾਂ ਪੰਜਾਂ ਨੂੰ ਪਹਿਲਾਂ ਕਦੀ ਇੰਨੇ ਬੇਵਸ ਤੇ ਉਦਾਸ ਨਹੀਂ ਸੀ ਵੇਖਿਆ। ਉਹ ਰੋਂਦਿਆਂ ਇੱਕ ਦੂਜੇ ਨੂੰ ਜੱਫੀਆਂ ਪਾ ਕੇ ਇੱਕ ਦੂਜੇ ਤੋਂ ਵਿਦਾ ਹੋਏ। ਕਿਸ਼ਨ ਸਿੰਘ ਦੇ ਪਿਤਾ ਜੀ ਤੋਂ ਬਿਨਾਂ ਮੈਂ ਦੂਜੇ 3 ਕਦੇ ਨਾ ਵੇਖੇ। ਕਿਸ਼ਨ ਸਿੰਘ ਦੇ ਪਿਤਾ ਜੀ ਅਜੇ ਵੀ ਇਲਾਕੇ ਦੇ ਸਿੱਖਾਂ ਨੂੰ ਮਿਲ ਕੇ ਅਮਨ ਦੀ ਸੋਚ ਰਹੇ ਸਨ, ਪਰ ਉਹਨਾਂ ਨੂੰ ਵੀ ਇੱਧਰੋਂ ਵੀ ਕੋਈ ਹੁੰਗਾਰਾ ਨਹੀਂ ਸੀ ਮਿਲ ਰਿਹਾ। ਹੁਣ ਹਾਲਾਤ ਬਹੁਤ ਹੀ ਤੇਜ਼ੀ ਨਾਲ ਬਦਲ ਰਹੇ ਸਨ। ਪਹਿਲਾਂ ਤਾਂ ਕਤਲੋਗਾਰਤ ਦੀਆਂ ਅਫਵਾਹਾਂ ਸੁਣੀਂਦੀਆਂ ਸਨ, ਪਰ ਇੱਕ ਦਿਨ ਪਿੰਡ 'ਚ ਹਾਹਾਕਾਰ ਮਚ ਗਈ ਜਦ ਵੇਈਂ 'ਚ 4-5 ਲਾਸ਼ਾਂ ਤਰਦੀਆਂ ਵੇਖੀਆਂ ਗਈਆਂ। ਕਿਸੇ ਉਹਨਾਂ ਨੂੰ ਕੱਢ ਕੇ ਸੰਸਕਾਰ ਜਾਂ ਦਫਨਾਉਣ ਦਾ ਯਤਨ ਨਾ ਕੀਤਾ, ਨਾ ਹੀ ਇਹ ਜਾਣਨ ਦੀ ਕੋਸ਼ਿਸ਼ ਕੀਤੀ ਬਦਕਿਸਮਤ ਕੌਣ ਸੀ, ਕੀ ਹਿੰਦੂ ਸਨ, ਸਿੱਖ ਸਨ ਜਾਂ ਮੁਸਲਮਾਨ। ਸਗੋਂ ਵੰਝ ਨਾਲ ਗਾਂਹ ਤੋਰਤੀਆਂ। ਅਜੇ 4-5 ਦਿਨ ਹੀ ਗੁਜ਼ਰੇ ਕਿ ਭਾਜੜ ਪੈ ਗਈ। ਪਤਾ ਲੱਗਾ ਅਸਲਮ ਤੇ ਉਹਦੇ ਸਾਥੀਆਂ ਨੇ ਖਹਿਰੇ ਸਾੜ ਸੁੱਟੇ, ਜਿੱਥੇ ਤਕਰੀਬਨ 80 ਜਾਨਾਂ ਗਈਆਂ। ਇਸੇ ਦਿਨ ਉਸ ਕੁਹਾੜ ਸਾੜੇ, ਜਿੱਥੇ ਜਾਨੀ ਨੁਕਸਾਨ ਤਾਂ ਬਹੁਤਾ ਨਾ ਹੋਇਆ ਕਿਉਂਕਿ ਸਾਰੇ ਲੋਕ ਪਿੰਡ ਛੱਡ ਕੇ ਭੱਜ ਗਏ ਸੀ। ਉਸੇ ਹਜੂਮ ਨੇ ਫਿਰ ਲਸੂੜੀ ਵੱਲ ਮੂੰਹ ਕੀਤਾ। ਇੱਥੇ ਮੁਸਲਮਾਨ ਤੇ ਸਿੱਖ ਅੱਧੇ ਸੀ। ਇੱਥੋਂ ਦੇ ਸਾਰੇ ਮੁਸਲਮਾਨ ਇਕੱਠੇ ਹੋ ਕੇ ਅਸਲਮ ਦੀ ਧਾੜ ਨੂੰ ਅੱਗੜ ਵਾਂਝੇ ਪਿੰਡੋਂ ਬਾਹਰ ਹੀ ਜਾ ਮਿਲੇ। ਇਸ ਪਿੰਡ 'ਚ ਅਸੀਂ ਸਾਰੇ ਭਰਾ ਵਸਦੇ ਹਾਂ। ਜੋ ਵੀ ਅੱਗੇ ਵਧੇਗਾ ਉਹਨੂੰ ਪਹਿਲਾਂ ਸਾਡੇ ਨਾਲ 2 ਹੱਥ ਕਰਨੇ ਪੈਣਗੇ, ਉਹਨਾਂ ਆਖਿਆ। ਅਸਲਮ ਤੇ ਉਹਦੇ ਸਾਥੀਆਂ ਨੂੰ ਮਜਬੂਰੀ ਵਸ ਮੂੰਹ ਮੋੜਨਾ ਪਿਆ ਤੇ ਨੇੜੇ ਇੱਕ ਹੋਰ ਪਿੰਡ ਮਲਕਪੁਰ ਦੀ ਸ਼ਾਮਤ ਆ ਗਈ, ਜਿਹਨੂੰ ਸਾੜਨ ਫੂਕਣ ਤੇ ਕਤਲੇਆਮ ਤੋਂ ਬਾਅਦ ਉਹ ਮੁੜ ਮੀਏਵਾਲ ਜਾ ਵੜੇ। ਉਹਨਾਂ ਉੱਥੇ ਪੂਰੀ ਮੋਰਚਾਬੰਦੀ ਕੀਤੀ। ਉਹਨਾਂ ਪਾਸ 10-12 ਬੰਦੂਕਾਂ ਸੁਣੀਂਦੀਆਂ ਸਨ। ਆਲੇ ਦੁਆਲੇ ਦੇ ਸਿੱਖਾਂ ਨੂੰ ਵੀ ਹੁਣ ਭੱਜ ਦੌੜ ਪਈ ਤੇ ਉਹ ਦੂਰ ਨੇੜਿਓਂ ਕਈ ਹਜ਼ਾਰਾਂ ਦੀ ਗਿਣਤੀ 'ਚ ਸਿੱਖ ਇਕੱਠੇ ਕਰ ਲਿਆਏ। ਦੂਜੀ ਰਾਤ ਹੀ ਮੀਏਵਾਲ ਘੇਰਿਆ ਗਿਆ। ਇੱਥੇ ਬੇਗਿਣਤ ਮੌਤਾਂ ਹੋਈਆਂ। ਕੋਈ ਕਹਿੰਦਾ 200 ਮਾਰਿਆ ਗਿਆ, ਕੋਈ 2000 ਮਾਰੇ ਗਏ, ਪਰ ਸਹੀ ਗਿਣਤੀ ਦਾ ਕਿਸੇ ਨੂੰ ਕੋਈ ਪਤਾ ਨਹੀਂ ਸੀ। ਲਸੂੜੀ ਦੇ ਮੁਸਲਮਾਨ ਇਤਮੀਨਾਨ ਨਾਲ ਆਪਣੇ ਘਰ ਬੈਠੇ। ਉਹਨਾਂ ਨੂੰ ਤਸੱਲੀ ਸੀ ਉਹਨਾਂ ਦੇ ਹਿੰਦੂ ਸਿੱਖ ਭਰਾ ਉਹਨਾਂ ਨੂੰ ਤੱਤੀ ਵਾਰ ਨਹੀਂ ਲੱਗਣ ਦੇਣਗੇ। ਪਰ ਉੱਥੋਂ ਦੇ 4-5 ਅਹਿਸਾਨ ਫਰਾਮੋਸ਼ ਲੂਣ ਹਰਾਮੀ ਲੁੱਟ ਦੇ ਲਾਲਚ ਵਾਸਤੇ ਮਜ਼ਹਬੀ ਨਫ਼ਰਤ ਨਾਲ ਸੜੇ ਬੁੱਝੇ ਦੋਨੇ ਦੇ ਵੱਡੇ ਪਿੰਡਾਂ ਵੱਲ ਜਾ ਨਿਕਲੇ। ਅਫਵਾਹ ਫੈਲਾਈ ਕਿ ਲਸੂੜੀ ਦੇ ਮੁਸਲਮਾਨ ਵਿਹਰੇ ਬੈਠੇ ਨੇ। ਸਾਡੇ 3 ਗੁਆਂਢੀ ਪਿੰਡ ਤਾਂ ਪਹਿਲਾਂ ਹੀ ਸਾੜੇ ਜਾ ਚੁੱਕੇ ਸੀ। ਇਹਨਾਂ ਟੌਂਡਿਆਂ ਨੇ ਸਾਡੇ ਨੱਕ 'ਚ ਦਮ ਕਰ ਦਿੱਤਾ ਹੈ। ਐਸਾ ਚਕਮਾ ਦਿੱਤਾ ਕਿ ਬਹੁਤ ਵੱਡਾ ਹਥਿਆਰਬੰਦ ਜੱਥਾ ਇਕੱਠਾ ਹੋ ਗਿਆ। ਲਸੂੜੀ ਵੱਲ ਭੀੜ ਪੈ ਗਈ। ਰਸਤੇ 'ਚ ਤਮਾਸ਼ਬੀਨ ਤੇ ਲੁਟੇਰੇ ਨਾਲ ਰਲਦੇ ਗਏ। ਆਲੇ ਦੁਆਲੇ ਦੇ ਸਾਰੇ ਮੁਸਲਮਾਨ ਪਿੰਡ ਪਹਿਲਾਂ ਹੀ ਉੱਜੜ ਕੇ ਨਕੋਦਰ ਕੈਂਪ 'ਚ ਜਾ ਚੁੱਕੇ ਸੀ। ਰਸਤੇ 'ਚ ਕੋਈ ਰੁਕਾਵਟ ਨਹੀਂ ਸੀ। ਮਾਰੋ ਮਾਰ ਕਰਦਾ ਇਹ ਜਥਾ ਲਸੂੜੀ ਪਿੰਡ 'ਤੇ ਝਪਟ ਪਿਆ। ਪਿੰਡ 'ਚ ਫੇਰਿਓਂ ਘੇਰਿਆ ਗਿਆ। ਧਾੜ ਵੀ ਬਘਿਆੜਾ ਵਾਂਗ ਗਲੀਆਂ ਮੁਹੱਲਿਆਂ 'ਚ ਜਾ ਵੜੇ। ਇਸ ਪਿੰਡ ਦੇ ਜੱਟਾਂ, ਬਾਣੀਆਂ, ਸੁਨਿਆਰਾਂ, ਬਾਹਮਣਾ ਕਿਸੇ ਇਹਨਾਂ ਗਰੀਬਾਂ ਦਾ ਪੱਲਾ ਨਾ ਫੜਿਆ। ਸਾਰਾ ਪਿੰਡ ਇੱਕ ਕਤਲਗਾਹ ਬਣ ਗਈ। ਬਾਬਰ ਬਾਣੀ ਫਿਰ ਗਈ। ਇੱਥੋਂ ਦੀ ਮੁਸਲਮਾਨ ਵਸੋਂ ਦੱਸਦੇ ਨੇ 3 ਤੇ 400 ਦੇ ਦਰਮਿਆਨ ਸੀ। ਸਾਰੀ ਤਲਵਾਰ ਦੇ ਘਾਟ ਉਤਾਰਤੀ ਗਈ। ਸਿਰਫ 40 ਦੇ ਕਰੀਬ ਉਹ ਲੋਕ ਬਚੇ ਜੋ ਉਸ ਸਮੇਂ ਪਿੰਡੋਂ ਬਾਹਰ ਸਨ, ਜਾਂ ਉਹ ਜੋ ਪਿਤਾ ਜੀ ਵਰਗੇ ਜਿਹੜੇ ਬਚਾਅ ਦੇ ਯਤਨ ਕਰ ਰਹੇ ਸਨ ਦੀ ਨਿਗਾਹ ਪੈ ਗਏ। ਵਰਨਾ ਕਿਸੇ ਬੱਚੇ, ਬੁੱਢੇ ਜਾਂ ਨਿਹੱਥੇ ਦੀ ਪਛਾਣ ਨਾ ਕੀਤੀ ਗਈ। ਕਿਸੇ ਵੀ ਉਹਨਾਂ ਦੀ ਦਾਦ ਫਰਿਆਦ ਨਾ ਸੁਣੀ। ਮੁਨਸ਼ੀ ਸਰਾਜਦੀਨ ਰਿਟਾਇਰਡ ਉਸਤਾਦ ਦੀ ਕਹਾਣੀ ਅਤ ਦਰਦਨਾਕ ਤੇ ਸ਼ਰਮਨਾਕ ਦੱਸਦੇ ਨੇ।
ਉਸ ਆਪਣੇ ਕਾਤਲ ਨੂੰ ਆਖਿਆ ਵੀ ਜਵਾਨਾ, ਮੈਂ ਆਪਣੀ ਧੌਣ ਨੀਵੀਂ ਕਰਦਾ, ਮੈਨੂੰ ਤਰਸਾਈ ਨਾ, ਇੱਕੋ ਵਾਰ ਨਾਲ ਖਤਮ ਕਰ ਦੇਈਂ। ਉਸ ਨਿਰਦਈ ਨੂੰ ਫਿਰ ਵੀ ਤਰਸ ਨਾ ਆਇਆ, ਰੱਬ ਦਾ ਭੈ ਨਾ ਆਇਆ। ਉਸ ਝੁਕੀ ਹੋਈ ਧੌਣ ਧੜ ਨਾਲੋਂ ਮਸਜਿਦ ਦੇ ਵਿੱਚ ਜਿੱਥੇ ਉਹ ਬੈਠਾ ਸੀ ਜੁਦਾ ਕਰਤੀ। ਮੁਨਸ਼ੀ ਸ਼ਰਾਜ਼ਦੀਨ ਦੀ ਮਹਿੰਦੀ ਨਾਲ ਰੰਗੀ ਦਾੜੀ ਖੂਨ ਨਾਲ ਹੋਰ ਵੀ ਗੂੜੀ ਲਾਲ ਹੋ ਗਈ। ਰਹਿਮਾ ਇਸ ਹਮਲੇ ਵੇਲੇ ਰੇਲਵੇ ਲਾਈਨ ਜੋ ਲਸੂੜੀ ਦੇ ਬਿਲਕੁਲ ਨੇੜਿਓਂ ਦੀ ਲੰਘਦੀ ਹੈ ਲਾਗੇ ਮੱਝਾਂ ਚਾਰਦਾ ਸੀ। ਪਿੰਡ ਵੱਲ ਨੱਠਣ ਦੀ ਬਜਾਏ ਉਹ ਰੇਲਵੇ ਲਾਈਨ ਦੇ ਹੇਠੋਂ ਲੰਘਦੇ ਪਾਣੀ ਵਾਲੇ ਮੋਗੇ 'ਚ ਜਾ ਵੜਿਆ। ਇਹ ਮੋਗਾ 18 ਇੰਚ ਤੋਂ ਵੱਧ ਨਹੀਂ ਸੀ। ਜੇ ਰਹੀਮਾ ਮੋਟਾ ਤਾਜ਼ਾ ਹੁੰਦਾ ਜ਼ਰੂਰ ਮਾਰਿਆ ਜਾਣਾ ਸੀ। ਉਹਨੂੰ ਮਾਰਨ ਵਾਲਾ ਉਸ ਮੋਗੇ 'ਚ ਵੜ ਨਹੀਂ ਸੀ ਸਕਦਾ ਤੇ ਬਰਛਾ ਉਸ ਤੀਕ ਪੁੱਜ ਨਹੀਂ ਸੀ ਰਿਹਾ। ਇੰਨੇ 'ਚ ਪਿਤਾ ਜੀ ਦੀ ਉੱਧਰ ਨਿਗਾਹ ਪੈ ਗਈ। ਉਹਨਾਂ ਉਸ ਨੌਜਵਾਨ ਨੂੰ ਫਿੱਟ ਤੋਏ ਕਰਕੇ ਉੱਥੋਂ ਕੱਢਿਆ। ਰਹਿਮੇ ਨੂੰ ਪਿਆਰ ਨਾਲ ਬੁਸ਼ਕਾਰ ਕੇ ਬਾਹਰ ਕੱਢਿਆ। ਰਹਿਮਾ ਉਹਨਾਂ ਨੂੰ ਪਛਾਣਦਾ ਵੀ ਸੀ ਕਿਉਂਕਿ ਉਹ ਮਾਸਟਰ ਅਜੀਜ਼ਦੀਨ ਤੇ ਮਾਸਟਰ ਕਿਸ਼ਨ ਸਿੰਘ ਨੂੰ ਸਕੂਲੇ ਮਿਲਣ ਆਉਂਦੇ ਸੀ। ਰਹੀਮੇ ਨੂੰ ਉਹਨਾਂ ਘੋੜੀ 'ਤੇ ਬਿਠਾਇਆ ਤੇ ਪਿੰਡ ਲੈ ਆਏ। ਉਦੋਂ ਤੀਕ ਹੋਰ ਵੀ 20 ਕੁ ਮੁਸਲਮਾਨ ਜੋ ਲਸੂੜਿਓਂ ਬਚ ਨਿਕਲੇ ਸੀ ਸਾਡੇ ਘਰ ਬੈਠੇ ਸੀ। ਇਹਨਾਂ 'ਚੋਂ ਇੱਕ ਤਾਜ ਫਕੀਰ, ਉਹਦੀ ਮਾਂ ਦਾ ਮੈਨੂੰ ਹੁਣ ਤੱਕ ਚੇਤਾ ਹੈ। ਰਹੀਮਾ ਵਿਚਾਰਾ ਉਸ ਸਹੀ ਵਾਂਗ ਸਹਿਮਿਆ ਬੈਠਾ ਸੀ ਜਿਹੜਾ ਕੁੱਤਿਆਂ ਹੱਥੋਂ ਬਚ ਨਿਕਲਿਆ ਹੋਵੇ। ਸਭ ਰੋ ਪਿੱਟ ਰਹੇ ਸੀ ਪਰ ਰਹੀਮਾ ਚੁੱਪ ਚਪੀਤਾ ਖੂੰਜੇ ਲੱਗਾ ਬਿਟਰ ਬਿਟਰ ਝਾਕ ਰਿਹਾ ਸੀ। ਉਹਨੂੰ ਦਿਲਾਸਾ ਦੇਣ ਜਾਂ ਪਿਆਰ ਨਾਲ ਗੱਲਬਾਤ ਕਰਨ ਦਾ ਮੈਨੂੰ ਖਿਆਲ ਤੱਕ ਨਾ ਆਇਆ। ਮੈਂ ਉੱਥੇ ਡੌਰਾ ਭੌਰਾ ਫਿਰਦਾ ਰਿਹਾ। ਰਾਤ ਪੈਣ ਵਾਲੀ ਸੀ ਪਰ ਰੋਟੀ ਪਾਣੀ ਕਿਹਨੂੰ ਸੋਚਦਾ ਸੀ। ਮੈਂ ਜੋ ਮਿਲਿਆ ਖਾ ਲਿਆ, ਹੋਰ ਕਿਸੇ ਕੁਛ ਨਾ ਖਾਧਾ। ਸਭ ਭੁੱਖਣ ਭਾਣੇ ਰੋਂਦੇ ਕੁਰਲਾਉਂਦੇ ਪਤਾ ਨਹੀਂ ਕਦੋਂ ਸੌਂ ਗਏ। ਸਵੇਰੇ ਜਾਗ ਆਈ ਤਾਂ ਰਹੀਮਾ ਮੇਰੀ ਮੰਜੀ 'ਤੇ ਬੈਠਾ ਸੀ। ਉਹ ਸਾਰੀ ਰਾਤ ਸਿਸਕੀਆਂ ਭਰਦਾ ਰਿਹਾ ਸੀ। ਆਪਣੇ ਅੱਬਾ ਅੰਮਾ ਤੇ 2 ਭੈਣਾਂ ਬਾਰੇ ਪੁੱਛ ਰਿਹਾ ਸੀ। ਹੁਣ ਤੀਕ ਉਹਨੂੰ ਪਤਾ ਲੱਗ ਗਿਆ ਸੀ ਵੀ ਉਹ ਚਾਰੇ ਕੱਲ੍ਹ ਮਾਰੇ ਜਾ ਚੁੱਕੇ ਆ। ਮੇਰਾ ਜਮਾਤੀ ਹੋਣ ਕਰਕੇ ਉਹ 2-3 ਦਿਨਾਂ 'ਚ ਕੁਝ ਗੱਲਾਂ ਬਾਤਾਂ ਕਰਨ ਲੱਗ ਪਿਆ ਸੀ। ਸਾਰਾ ਦਿਨ ਪਿੱਪਲ ਹੇਠ ਬੈਠੇ ਕੌਡੀਆਂ ਤੇ ਰੀਠਿਆਂ ਨਾਲ ਖੇਡਦੇ ਰਹਿੰਦੇ। ਪਿੰਡ ਦੇ ਹੋਰ ਮੁੰਡੇ ਸਾਡੇ ਨਾਲ ਖੇਡਣ ਤੋਂ ਝਿਜਕਦੇ ਕਿਉਂਕਿ ਉਹ ਮੁਸਲਮਾਨ ਸੀ ਤੇ ਹੋਰ ਕਿੰਨੇ ਮੁਸਲਮਾਨ ਸਾਡੇ ਘਰ ਬੈਠੇ ਸੀ। ਅਸੀਂ ਆਪਣੀ ਇਕੱਲ 'ਚ ਉਹਦੇ ਅੱਬਾ ਅੰਮੀ ਤੇ ਭੈਣਾਂ ਬਾਰੇ ਵੀ ਕਈ ਵਾਰ ਗੱਲਾਂ ਕਰਦੇ, ਕਈ ਵਾਰ ਆਜ਼ਾਦੀ ਤੇ ਹਿੰਦੁਸਤਾਨ ਪਾਕਿਸਤਾਨ ਬਾਰੇ। ਸਾਡੀ ਇੰਨੀ ਕੁ ਸੂਹ ਸੀ ਕਿ ਇਸ ਬਟਵਾਰੇ ਦਾ ਜਾਂ ਦੇਸ਼ ਦੀ ਵੰਡ ਦਾ ਪੁਆੜਾ ਪੰਡਿਤ ਜਵਾਹਰ ਲਾਲ ਨਹਿਰੂ, ਮੁਹੰਮਦ ਅਲੀ ਜਿਨਾਹ, ਗਾਂਧੀ ਤੇ ਹੋਰ ਵੱਡੇ ਲੀਡਰਾਂ ਨੇ ਪਾਇਆ ਸੀ। ਪਰ ਮਾਰੇ ਗਏ ਮੁਹਕਮਦੀਨ, ਜੰਨਤੇ, ਜੀਨਾ ਤੇ ਹੋਰ ਲੋਕ ਵਿੱਚ ਵਿਚਾਲੀ ਰਗੜ ਛੱਡੇ। ਇੱਕ ਦਿਨ ਰਹੀਮਾ ਪਿੱਪਲ ਹੇਠ ਬੈਠਾ ਕਹਿੰਦਾ, ਰਾਮਿਆ ਤੂੰ ਵਾਹਵਾ ਲਿਖ ਲੈਣਾ। ਜੇ ਤੂੰ ਮੈਨੂੰ ਇੱਕ ਚਿੱਠੀ ਲਿਖਾਵੇਂ ਤਾਂ ਜੇ ਮੈਂ ਤੈਨੂੰ ਇੱਕ ਚਿੱਠੀ ਲਿਖਾਵਾਂ ਤਾਂ ਲਿਖ ਦੇਂਗਾ? ਮੈਂ ਹੈਰਾਨ ਹੋ ਕੇ ਪੁੱਛਿਆ, ਇਹ ਚਿੱਠੀ ਤੂੰ ਕਿਹਨੂੰ ਲਿਖਵਾਉਣੀ ਹੈ? ਜਵਾਹਰ ਲਾਲ ਨਹਿਰੂ ਤੇ ਮੁਹੰਮਦ ਅਲੀ ਜਿਨਾਹ ਨੂੰ। ਉਸ ਤੁਰੰਤ ਜਵਾਬ ਦਿੱਤਾ। ਮੇਰਾ ਹਾਸਾ ਨਿਕਲ ਗਿਆ ਪਰ ਉਹ ਪੂਰੀ ਤਰ੍ਹਾਂ ਸੰਜੀਦਾ ਸੀ। ਕਹਿਣ ਲੱਗਾ, ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਵੀ ਮੇਰਾ ਅੱਬਾ, ਮੇਰੀ ਅੰਮੀ, ਮੇਰੀਆਂ ਭੈਣਾਂ ਮੈਨੂੰ ਮੋੜ ਦਿਓ। ਮੈਨੂੰ ਕੋਈ ਪਾਕਿਸਤਾਨ ਹਿੰਦੁਸਤਾਨ ਨਹੀਂ ਚਾਹੀਦਾ। ਤੇ ਉਹ ਫੁੱਟ ਰੋਣ ਲੱਗ ਪਿਆ। ਅਸੀਂ ਦੋਨੋਂ ਰੋਂਦੇ ਘਰ ਆ ਗਏ। ਸਾਡੇ ਪਾਸੋਂ ਅਜੇ ਚਿੱਠੀ ਦਾ ਮੁੱਢ ਵੀ ਨਹੀਂ ਸੀ ਵੱਜ ਸਕਿਆ ਕਿ 2 ਦਿਨ ਬਾਅਦ ਮਿਲਟਰੀ ਦਾ ਟਰੱਕ ਆਇਆ ਤੇ ਰਹੀਮੇ, ਤਾਜ ਤੇ ਉਹਨਾਂ ਦੇ ਸਾਥੀਆਂ ਨੂੰ ਸਾਡੇ ਵਹਿੰਦਿਆਂ ਟਰੱਕ 'ਚ ਸੁੱਟ ਕੇ ਕਿਧਰੇ ਲੈ ਗਏ। ਚਿੱਠੀ ਅਜੇ ਵੀ ਨਾ ਮੇਰੇ ਕੋਲ ਏ ਤੇ ਨਾ ਹੀ ਸ਼ਾਇਦ ਰਹੀਮੇ ਕੋਲ। ਚੌਧਰ ਦੇ ਭੁੱਖੇ ਲੀਡਰਾਂ ਜਿਨ੍ਹਾਂ ਮੁਲਕ ਦੀਆਂ ਵੰਡੀਆਂ ਪਾਈਆਂ ਤੀਕਰ ਅਪੜਾਈ ਜਾ ਸਕੀਏ। ਵਗ ਵਾਈ ਪਰ ਸਵਾਰਥ ਭਰੀਏ, ਤੂੰ ਜਾਈਂ ਤਖ਼ਤ ਹਜ਼ਾਰੇ। ਆਖੀਂ ਯਾਰ ਰਾਂਝਣ ਨੂੰ ਮਿਲ ਕੇ, ਅਸੀਂ ਤੂੰ ਕਿਉਂ ਮਨੋਂ ਵਿਸਾਰੇ। ਬਸ ਹੁਣ ਨਿਉ ਕਮਾ ਲਿਓਈ, ਇਹ ਚਾਹ ਆਹ ਦਿਨ ਚਾਰੇ। ਹਾਸ਼ਮ ਇਸ ਮੁਹੱਬਤ ਬਦਲੇ, ਸਾਨੂੰ ਖੁਆਰ ਕੀਤਾ ਜੱਗ ਸਾਰੇ। ਹਾਸ਼ਮ। ਵਸੀਮ ਗੌਰ ਦੀ ਕਹਾਣੀ ਪੀੜ ਪਰਾਗੇ। ਸਾਡੀ ਥਾਂ, ਸਾਡੀ ਮਿੱਟੀ, ਸਾਡੀ ਧਰਤੀ ਕਿਹੜੀ ਏ? ਮੇਰੇ ਵੱਡਿਆਂ ਮੈਨੂੰ ਕਦੇ ਨਾ ਦੱਸਿਆ। ਮੇਰੇ ਪਿਓ ਦਾ ਪਿਓ ਕਿਧਰੇ ਮੋਇਆ ਤੇ ਮੇਰਾ ਪਿਓ ਕਿਧਰੇ। ਦੋਨਾਂ ਦੇ ਜੁੱਸੇ ਵੱਖਰੀ ਮਿੱਟੀ ਨਾਲ ਮਿੱਟੀ ਹੋ ਗਏ। ਮੇਰੇ ਨਾਨਾ ਕਿਧਰੇ ਪਾਰ ਪਹਾੜਾਂ 'ਚ ਹੀ ਗੁਆਚ ਗਏ। ਮੇਰੀ ਨਾਨੀ ਨੂੰ ਮੇਰੇ ਮਾਂ ਦੇ ਰਿਸ਼ਤੇਦਾਰਾਂ ਨੋ ਮੈਨ ਲੈਂਡ ਵਿੱਚ ਹੀ ਨੱਪ ਦਿੱਤਾ ਕਿਉਂ ਜੋ ਨਾਨੇ ਦੀ ਜ਼ਮੀਨ ਤੋਂ ਇੱਧਰ ਆਉਂਦਿਆਂ ਚੁੱਪ ਕਰ ਗਈ ਸੀ। ਮੇਰਾ ਪਿਓ ਮੋਇਆ ਤੇ ਮੈਂ ਉਹਨੂੰ ਕਬਰਿਸਤਾਨ 'ਚ ਦਫਨ ਕਰਤਾ ਜਿੱਥੇ ਮੇਰਾ ਹੋਰ ਕੋਈ ਵੀ ਨਹੀਂ ਸੀ। ਫਿਰ ਮੇਰਾ ਭਰਾ ਵੀ ਮਰ ਗਿਆ ਤੇ ਪਿਓ ਦੀ ਮਿੱਟੀ ਦਾ ਹਿੱਸੇਦਾਰ ਬਣ ਗਿਆ। ਮੈਨੂੰ ਮੇਰੀ ਹੋਣ ਦਾ ਪਤਾ ਹੀ ਨਹੀਂ ਤੇ ਮੇਰੇ ਪਿਓ ਨੂੰ ਵੀ ਇਸੇ ਦੁੱਖ ਨੇ ਖਾ ਲਿਆ। ਮੇਰਾ ਤੇ ਕੋਈ ਕਬਰਿਸਤਾਨ ਹੀ ਨਹੀਂ। ਮੈਂ ਮੋਇਆ ਤੇ ਖੁਆਰੇ ਮੈਨੂੰ ਕਿਹੜੇ ਥਾਂ ਦੀ ਮਿੱਟੀ ਨਸੀਬ ਹੋਵੇ। ਸਾਨੂੰ ਨਾ ਜਿਉਂਦੇ ਜੀ ਆਪਣੀ ਮਿੱਟੀ ਦਾ ਪਤਾ ਲੱਗਦਾ, ਨਾ ਮਰਨ ਮਗਰੋਂ। ਬਸ ਮਰਨ ਮਗਰੋਂ ਸਿਰ 'ਤੇ ਲੰਮਾ ਚੌੜਾ ਨੀਲਾ ਅਸਮਾਨ ਹੀ ਰਹਿ ਜਾਂਦਾ ਹੈ। ਲੋਕ ਕਹਿੰਦੇ ਨੇ ਮਰਨ ਮਗਰੋਂ ਤੁਸੀਂ ਅਸਮਾਨਾਂ 'ਤੇ ਚਲੇ ਜਾਂਦੇ ਹੋ। ਮੈਂ ਆਪੇ ਭਰਾ ਦੀ ਕਬਰ ਸਰਾਣੇ ਖਲੋਤਾ ਤੇ ਉਹਦੇ ਨਾਲ ਗੱਲਾਂ ਕਰਨਾ ਵਾਂ। ਹੁਣ ਤੂੰ ਖੁਸ਼ ਹੈ?
ਕਦੀ ਤੇਰੇ ਪੈਰਾਂ ਹੇਠ ਮਿੱਟੀ ਨਹੀਂ ਸੀ ਤੇ ਹੁਣ ਤੇਰੀਆਂ ਅੱਖਾਂ ਅੱਗੇ ਪੂਰੀ ਧਰਤੀ ਹੈ। ਆਪਣੇ ਹਿੱਸੇ ਦੇ ਅੰਨ ਪਾਣੀ ਲਈ ਸਾਰਾ ਅਸਮਾਨ ਦੱਬ ਕੇ ਵਾਹ ਰੱਜ ਕੇ ਖਾ। ਅਸਮਾਨ 'ਤੇ ਹਲ ਚਲਾ ਕੇ ਰੱਬ ਦਾ ਸ਼ੁਕਰ ਕਰ ਜਿਹਨੇ ਤੈਨੂੰ ਜਵਾਨੀਆਂ 'ਚ ਆਪਣੇ ਕੋਲ ਬੁਲਾ ਘੱਲਿਆ ਤੇ ਅਸੀਂ ਖੌਰੇ ਹੋਰ ਕੀ ਤੱਕਣਾ ਵੇ। ਆਹੋ ਮੈਨੂੰ ਕੀ ਪਤਾ ਮੇਰੇ ਲੇਖਾਂ 'ਚ ਹੋਰ ਕੀ ਏ। ਚੰਗਾ ਹੀ ਏ ਜੇ ਮੈਨੂੰ ਪਤਾ ਨਹੀਂ ਮੇਰੇ ਲੇਖਾਂ 'ਚ ਹੋਰ ਕੀ ਏ। ਕਿਉਂ ਜੇ ਲੇਖਾਂ ਦਾ ਇਲਮ ਹੋਵਨ 'ਚ ਤੇ ਬੰਦਾ ਇੱਕ ਵਾਰੀ ਨਹੀਂ ਕਈ ਵਾਰੀ ਮਰਦਾ ਹੈ। ਮੈਂ ਹੱਸਣਾ ਵਾਂ ਤੇ ਬਾਲਟੀ ਚੁੱਕ ਕਬਰਾਂ ਦੇ ਗਰਮ ਸੀਨੇ ਠਾਰਨ ਦੀ ਸਾਰ 'ਚ ਪਾਣੀ ਦੇ ਬੁੱਕ ਭਰ ਉਹਨਾਂ ਤੋਂ ਪਾਨਾ ਵਾਂ। ਜਿਉਂਦੇ ਬੰਦੇ ਦੇ ਸੀਨੇ ਅਸੀਂ ਹਮੇਸ਼ਾ ਅੱਗ ਲਾਉਂਦੇ ਹਾਂ ਪਰ ਮਰੇ ਬੰਦੇ ਦੀ ਤੇ ਮਿੱਟੀ ਵੀ ਸਾਨੂੰ ਅਜੀਜ਼ ਹੋ ਜਾਂਦੀ ਏ। ਖੌਰੇ ਸੱਚ ਏ ਵੀ ਬੰਦਾ ਮਰ ਜਾਏ ਤੇ ਸਾਨੂੰ ਪਤਾ ਲੱਗਦਾ ਹੈ ਵੀ ਇਹ ਤੇ ਬੰਦਾ ਸੀ ਤੇ ਜਿਉਂਦੇ ਜੀ। ਮੈਂ ਅਗਰਬੱਤੀਆਂ ਦਾ ਪੈਕਟ ਖੋਲ੍ਹਣਾ ਵਾਂ। ਰਲ ਮਿਲ 23 ਅਗਰਬੱਤੀਆਂ 10 ਭਰਾ ਦੇ ਸਿਰਹਾਣੇ 10 ਪਿਓ ਦੇ ਸਿਰਹਾਣੇ ਲਾਵਣ ਮਗਰੋਂ ਮੈਂ 3 ਅਗਰਬੱਤੀਆਂ ਆਲ ਦੁਆਲ ਦੀਆਂ 3 ਕਬਰਾਂ 'ਤੇ ਲਾ ਦੇਣਾ ਵਾਂ। ਖੌਰੇ ਉਹ ਕੌਣ ਨੇ ਪਰ ਮੋਏ ਪਏ ਵੀ ਤੇ ਸਾਨੂੰ ਰੂਹ ਵਾਂਗ ਨਰਮ ਕਰ ਦਿੰਦੇ ਨੇ ਤੇ ਫਿਰ ਸਾਰੇ ਮਰ ਕਿਉਂ ਨਾ ਜਾਈਏ। ਪਰ ਸਾਡਾ ਕਬਰਿਸਤਾਨ ਸਾਡੀ ਮਿੱਟੀ। ਮੈਂ ਫਾਤਹਾ ਲਈ ਹੱਥ ਚੁੱਕਣਾ ਵਾਂ ਤੇ ਹੰਝੂਆਂ ਨਾਲ ਭਰੀਆਂ ਅੱਖਾਂ ਨਾਲ ਪਿਓ ਤੇ ਭਰਾ ਦੀ ਕਬਰ ਵੱਲ ਤੱਕਣਾ ਵਾਂ। ਅਸੀਂ ਮੋਇਆ ਲਈ ਫਾਤਹਾ ਪੜ੍ਹਨੇ ਆ ਤੇ ਮਰੇ ਹੋਏ ਸਾਡੇ ਲਈ। ਤੇ ਮੈਂ ਤਰਬਕ ਜਾਣਾ। ਮੈਨੂੰ ਅਚਨਚੇ ਤੇ ਇੰਝ ਲੱਗਾ ਜਿਵੇਂ ਸਾਰੇ ਮੁਰਦੇ ਹੱਥ ਚੁੱਕ ਜਿਉਂਦਿਆਂ ਲਈ ਫਾਤਹਾ ਪੜ੍ਹਦੇ ਨੇ। ਮੈਂ ਡਰ ਤੇ ਖੁਦਗਰਜ਼ੀ ਦੀ ਪੌੜੀ ਚੜ੍ਹੀ ਜਾਣਾ ਵਾਂ ਤੇ ਮੁਰਦਿਆਂ ਤੇ ਕਬਰਸਤਾਨਾਂ ਤੋਂ ਜਿਉਂਦਿਆਂ ਦੇ ਕਬਰਸਤਾਨ ਵੱਲ ਟੁਰਨਾ ਵਾਂ। ਜਿਉਂਦਿਆਂ ਦਾ ਕਬਰਸਤਾਨ, ਇਹ ਕੀ ਗੱਲ ਹੋਈ? ਨਹੀਂ, ਮੈਂ ਅੱਜ ਕੱਲ੍ਹ ਅਬਨਾਰਮਲ ਹੋ ਗਿਆ ਵਾਂ। ਕੀ ਤੂੰ ਸਿਰਫ ਅੱਜ ਹੀ ਅਬਨਾਰਮਲ ਹੋਇਆ? ਜਿਵੇਂ ਕੋਈ ਹੌਲੀ ਜਿਹੀ ਮੇਰੀ ਕੰਨ 'ਚ ਗੁਸ਼ਗੁਸ਼ੀ ਕਰਦਾ ਹੈ। ਮੈਂ ਪੈਰਾਂ ਨਾਲ ਲੱਗੀ ਕਬਰਾਂ ਦੀ ਗਿੱਲੀ ਮਿੱਟੀ ਨੂੰ ਝਾੜਨ ਲਈ ਪੈਰ ਜ਼ੋਰ ਦੀ ਕੱਚੀ ਜ਼ਮੀਨ 'ਤੇ ਮਾਰਨਾ ਵਾਂ ਪਰ ਨਾ ਮਿੱਟੀ ਲੱਥਦੀ ਏ ਨਾ ਰਾਹ ਮੁੱਕਦੀ ਏ। ਮੈਂ ਛੇਤੀ ਪੈਰ ਪੁੱਟਦਾ ਕਬਰਿਸਤਾਨ ਤੋਂ ਬਾਹਰ ਜਾਣ ਵਾਲੇ ਰਾਹ 'ਤੇ ਟੁਰਨਾ ਵਾਂ ਤੇ ਟੁਰੀ ਜਾਣਾ ਵਾਂ। ਤੇ ਜਦ ਮੈਂ ਕਬਰਿਸਤਾਨ 'ਚ ਆਇਆ ਸਾਂ ਤੇ ਸੂਰਜ ਨੇ ਮੂੰਹ 'ਤੇ ਸੁਰਮਈ ਚਾਦਰ ਲਈ ਸੀ ਪਰ ਹੁਣ ਉਹ ਮੂੰਹ 'ਤੇ ਚਾਦਰ ਲਾ ਕੇ ਪੂਰੀ ਤਰ੍ਹਾਂ ਨੰਗਾ ਹੋ ਗਿਆ ਸੀ। ਇੰਨਾ ਨੰਗਾ ਵੀ ਜੇ ਉਹਦੇ ਵੱਲ ਤੱਕਣਾ ਮੁਸ਼ਕਿਲ ਹੋ ਗਿਆ ਸੀ ਤੇ ਮੇਰਾ ਸਾਰੇ ਦਾ ਸਾਰਾ ਜੁੱਸਾ ਪਸੀਨੇ ਨਾਲ ਭਿੱਜ ਗਿਆ ਸੀ। ਜਦ ਮੈਂ ਆਪਣੇ ਪਿਓ ਨੂੰ ਇਸ ਓਪਰੇ ਕਬਰਿਸਤਾਨ 'ਚ ਦਫਨ ਕੀਤਾ ਸੀ ਤੇ ਮੈਂ ਕਬਰਾਂ ਨੂੰ ਇੱਕ ਨਜ਼ਰ ਪਾ ਕੇ ਗਿਣ ਲੈਂਦਾ ਸਾਂ। ਜਦ ਮੈਂ ਆਪੇ ਭਾਈ ਨੂੰ ਦਫਨ ਕੀਤਾ ਤੇ ਮੈਨੂੰ ਨਜ਼ਰਾਂ ਖਿਲਾਰ ਕੇ ਕਬਰਾਂ ਗਿਣਨੀਆਂ ਪੈਂਦੀਆਂ ਸਨ। ਖੌਰੇ ਕਿਉਂ ਮੈਨੂੰ ਕਬਰਾਂ ਗਿਣ ਕੇ ਇੱਕ ਸੁੱਖ ਜਿਹਾ ਮਿਲਦਾ ਸੀ ਪਰ ਹੁਣ ਤਾਂ ਮੇਰੀ ਗਿਣਤੀ ਮੁੱਕ ਜਾਂਦੀ ਸੀ ਪਰ ਕਬਰਾਂ ਨਾ ਮੁੱਕਦੀਆਂ। ਅੱਜ ਵੀ ਮੈਂ ਟੁਰਦਾ ਰਿਹਾ ਤੇ ਕਬਰਾਂ ਗਿਣਦਾ ਰਿਹਾ ਪਰ ਨਾ ਕਬਰਾਂ ਮੁੱਕੀਆਂ ਨਾ ਰਾਹ ਮੁੱਕੀ। ਖੌਰੇ ਮੈਂ ਕਿਹੜੀ ਰਾਹ ਟੁਰ ਪਿਆ ਸਾਂ। ਮੈਨੂੰ ਇੰਝ ਲੱਗਾ ਮੇਰੀ ਹਯਾਤੀ ਮੁੱਕ ਜਾਏਗੀ ਪਰ ਇਹ ਰਾਹ ਨਾ ਮੁੱਕੇਗੀ ਤੇ ਡਰ ਦਾ ਜ਼ਹਿਰ ਮੇਰੇ ਖੂਨ 'ਚ ਸ਼ਰਾਇਤ ਕਰ ਗਿਆ। ਮੈਨੂੰ ਘਰ ਯਾਦ ਆਉਣ ਲੱਗ ਪਿਆ। ਸੀਨੇ 'ਚ ਸਾਹ ਉਬਾਲ ਖਾਂਦਾ ਹੈ ਤੇ ਮੇਰੀਆਂ ਕਨਪੱਟੀਆਂ 'ਚ ਪੀੜ ਦੀ ਲਹਿਰਾਂ ਉੱਠਦੀਆਂ ਨੇ। ਮਾਂ, ਮੈਂ ਛੇਤੀ ਮੁੜ ਆਵਾਂਗਾ। ਮੈਂ ਪਾਣੀ ਦੇਣਾ ਵੀ ਤੇ ਅਗਰਬੱਤੀਆਂ ਬਾਲਣੀਆਂ ਨੇ। ਪੁੱਤਰ, ਹਰ ਰੋਜ਼ ਕਬਰ 'ਤੇ ਨਾ ਜਾਇਆ ਕਰ। ਬੰਦਾ ਘਰ ਦੀ ਰਾਹ ਭੁੱਲ ਜਾਂਦਾ। ਮੈਂ ਚੁੱਪ ਕਰ ਜਾਣਾ ਵਾਂ ਤੇ ਅੱਖਾਂ 'ਚ ਆਏ ਅੱਥਰੂ ਪੂੰਝਦਾ ਬਾਹਰ ਨਿਕਲ ਆ ਜਾਣਾ ਤੇ ਹੁਣ ਮੈਨੂੰ ਘਰ ਦੀ ਰਾਹ ਨਹੀਂ ਸੀ ਲੱਭਦੀ। ਇੱਕ ਪਾਸੇ ਮੋਇਆ ਪਿਓ ਤੇ ਦੂਜੇ ਪਾਸੇ ਜਿਉਂਦੀ ਮਾਂ ਤੇ ਮੈਂ ਵਿਚਕਾਰ ਹੀ ਕਿਧਰੇ ਰਾਹ ਖੁਸਾ ਬੈਠਾ ਸਾਂ। ਮੈਂ ਰੋਣਾ ਚਾਹੁੰਦਾ ਵਾਂ ਪਰ ਅੱਥਰੂ ਵੀ ਮੁੱਕ ਗਏ ਨੇ। ਮੈਂ ਕਿਹੜੀ ਰਾਹ ਪਵਾਂ ਵੀ ਆਪਣੇ ਘਰ ਪੜ ਜਾਵਾਂ। ਮੇਰੀ ਆਲ ਦੁਆਲ ਮਾਯੂਸੀ ਵਾਲ ਖੋਲ੍ਹੇ ਧਮਾਲ ਪਾਉਂਦੀ ਤੇ ਡਰ ਸ਼ੁਕਰਾਂ ਮਾਰਦਾ ਮੇਰੇ ਨਾਲ ਟੁਰਦਾ ਹੈ। ਸਿਰ 'ਤੇ ਸੂਰਜ, ਪੈਰਾਂ ਥੱਲੇ ਕਬਰਿਸਤਾਨ ਦੀ ਮਿੱਟੀ ਤੇ ਮੈਂ ਟੁਰੀ ਜਾਂਦਾ ਵਾਂ। ਅਚਨਚੇਤੀ ਮੇਰੇ ਸੀਨੇ 'ਚ ਖੁਸ਼ੀ ਜਿਹੀ ਜਾਪਦੀ ਏ। ਦੂਰ ਕਿਸੇ ਕਬਰ ਦੇ ਸਿਰਹਾਣੇ ਇੱਕ ਬੰਦਾ ਹੱਥ ਚੁੱਕੀ ਫਾਤਹਾ ਪੜ੍ਹਦਾ ਪਿਆ ਹੈ। ਕੌਣ? ਇਹ ਦੱਸੇਗਾ ਕਿਹੜੀ ਰਾਹ ਬਾਹਰ ਜਾਂਦੀ ਏ। ਮੈਂ ਹੌਲੀ ਟੁਰਦਾ ਉਹਦੇ ਕੋਲ ਆ ਖਲੋਨਾ ਵਾਂ। ਉਹ ਕਬਰ ਦੇ ਸਿਰਹਾਣੇ ਨਿੱਠ ਕੇ ਬੈਠਾ ਹੈ। ਕੱਪੜੇ ਮਿੱਟੀ ਤੇ ਚਿੱਕੜ ਨਾਲ ਭਰੇ ਨੇ। ਸਿਰ ਦੇ ਵਾਲਾਂ 'ਚ ਸਫੈਦੀ ਨਜ਼ਰ ਆਉਂਦੀ ਪਈ ਏ। ਮੈਂ ਚੁੱਪ ਖਲੋਤਾ ਉਹਦੇ ਵੱਲ ਤੱਕਣਾ ਵਾਂ। ਬਾਬਾ ਜੀ, ਮੇਰੇ ਮੂੰਹ 'ਚੋਂ ਇੰਝ ਨਿਕਲਦਾ ਜਿਵੇਂ ਬਿੱਲੀ ਕੋਲੋਂ ਡਰਿਆ ਚੂਹਾ ਆਪਣੇ ਖੁੱਡ 'ਚੋਂ ਬਾਹਰ ਨਿਕਲਦਾ। ਹਾਂ ਪੁੱਤਰ, ਕੀ ਗੱਲ ਏ ਮੇਰੇ ਲਾਲ? ਬਾਬੇ ਦੀ ਆਵਾਜ਼ ਮੇਰੇ ਕੰਨਾਂ ਤੱਕ ਕੱਪੜਦੀ ਏ ਪਰ ਬਾਬਾ ਸਿਰ ਨਹੀਂ ਚੁੱਕਦਾ। ਉਹਨੇ ਮੇਰੀ ਆਵਾਜ਼ ਸੁਣੀ ਪਰ ਜਵਾਬ ਇੰਝ ਦਿੱਤਾ ਪਈ ਉਹ ਕਬਰ 'ਚ ਪਏ ਹੋਏ ਦੀ ਆਵਾਜ਼ ਸੁਣ ਕੇ ਜਵਾਬ ਦੇ ਰਿਹਾ ਹੋਵੇ। ਉਹਨੇ ਨਾ ਸਿਰ ਚੁੱਕਿਆ ਨਾ ਹਰਕਤ ਕੀਤੀ ਬਲਕਿ ਉਹ ਤਾਂ ਕਬਰ ਦੇ ਉੱਤੇ ਹੋਰ ਵੀ ਝੁਕ ਗਿਆ। ਮੈਂ ਘਬਰਾ ਗਿਆ। ਫਿਰ ਮੈਂ ਉਹਦੇ ਕੋਲ ਵੱਧ ਜਾਂਦਾ ਵਾਂ। ਉਹਦੇ ਮੋਢੇ 'ਤੇ ਹੱਥ ਰੱਖ ਕੇ ਉਹਨੂੰ ਆਪਣੇ ਵੱਲ ਮੁਤਵੱਜਾ ਕਰਨਾ ਵਾਂ। ਬਾਬਾ ਜੀ, ਇੱਧਰ। ਮੈਂ ਇੱਧਰ ਵਾਂ। ਉਹ ਇਸ ਤਰ੍ਹਾਂ ਘਬਰਾ ਕੇ ਮੇਰੇ ਵੱਲ ਮੁੜਦਾ ਵੀ ਮੇਰੀ ਜਾਨ ਨਿਕਲ ਜਾਂਦੀ ਏ। ਉਹਦੇ ਵੀਰਾਨ ਚਿਹਰੇ 'ਤੇ ਅੱਖੀਆਂ ਦਾ ਉਜਾੜ ਖੰਡਰ ਮੈਨੂੰ ਤੱਕਦਾ। ਕੀ ਗੱਲ ਏ?
ਮੈਂ ਰਾਹ ਭੁੱਲ ਗਿਆ ਵਾਂ ਤੇ ਫਿਰ ਮੈਂ ਕੀ ਕਰਾਂ? ਬਾਬਾ ਜੀ ਗੁੱਸੇ ਨਾ ਹੋ, ਮੈਨੂੰ ਸਿਰਫ ਇੰਨਾ ਦੱਸ ਦਿਓ ਕਿਹੜੀ ਰਾਹ ਬਾਹਰ ਨੂੰ ਜਾਂਦੀ ਏ। ਬਾਹਰ ਨੂੰ? ਆਹੋ ਬਾਬਾ ਜੀ, ਕਬਰਿਸਤਾਨ ਤੋਂ ਬਾਹਰ ਜਾਣ ਦੀ ਰਾਹ। ਉਹ ਹੱਸਦਾ ਏ, ਕਬਰ ਤੇ ਹੱਥ ਫੇਰਦਾ ਤੇ ਮੂੰਹ ਮੋੜ ਲੈਂਦਾ ਏ। ਬਾਬਾ ਜੀ, ਡਰ ਮੇਰੀ ਗਰਦਨ ਘੁੱਟਦਾ ਏ। ਪੁੱਤਰ, 37 ਵਰ੍ਹੇ ਪਹਿਲਾਂ ਮੈਂ ਇਸ ਕਬਰਿਸਤਾਨ 'ਚ ਆਇਆ ਸਾਂ ਤੇ ਅੱਜ ਤੱਕ ਮੈਨੂੰ ਬਾਹਰ ਜਾਣ ਦੀ ਰਾਹ ਨਾ ਲੱਭੀ। ਮੈਂ ਤੈਨੂੰ ਕੀ ਦੱਸਾਂ? ਜੇ ਤੈਨੂੰ ਲੱਭ ਪਵੇ ਤਾਂ ਮੈਨੂੰ ਵੀ ਦੱਸੀ। ਬੇਵੱਸੀ ਦੀ ਫਸਲ ਮੇਰੇ ਚਾਰ ਪਾਸੇ ਖਲੋਤੀ ਏ ਤੇ ਕਬਰਾਂ ਵਿੱਚੋਂ ਕੋਈ ਵੀ ਰਾਹ ਮੇਰੇ ਘਰ ਨੂੰ ਨਹੀਂ ਜਾਂਦੀ। ਮੈਂ ਖਲੋ ਜਾਂਦਾ ਵਾਂ ਤੇ ਪੂਰੇ ਗੁੱਸੇ, ਪੂਰੀ ਨਫ਼ਰਤ ਨਾਲ ਬੁੱਢੇ ਵੱਲ ਤੱਕਣਾ ਵਾਂ ਜਿਹਨੇ 37 ਵਰ੍ਹਿਆਂ ਵਿੱਚ ਵੀ ਕੋਈ ਰਾਹ ਨਾ ਲੱਭੀ ਸੀ। ਤੇ ਮੈਂ ਕਿਵੇਂ? ਕਿ ਮੈਨੂੰ ਕਦੇ ਵੀ ਰਾਹ ਨਾ ਲੱਭੇਗੀ? ਕਿ ਮੈਨੂੰ ਬਾਕੀ ਹਯਾਤੀ ਇਹਨਾਂ ਮੁਰਦਿਆਂ ਨਾਲ ਹੀ ਲੰਘਾਣੀ ਪਏਗੀ? ਸਵਾਲ ਦੇ ਸ਼ੂਕਰਾਂ ਮਾਰਦੇ ਸੱਪ ਮੇਰੇ ਅੰਗ ਅੰਗ ਡੰਗਦੇ ਨੇ ਤੇ ਰਾਹਾਂ ਗੁਆਚੀਆਂ ਪਈਆਂ ਨੇ। ਨਾਦਰ ਸ਼ਾਹ ਤੋਂ ਹਿੰਦ ਪੰਜਾਬ ਥਰਕੇ, ਮੇਰੇ ਬਾਪ ਦਾ ਤੁਧ ਪੁੰਚਾਲ ਕੀਤੇ। ਧੰਨਵਾਦ।